ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਗੱਲਬਾਤ ਵਿੱਚ ਬਹੁਤ-ਬਹੁਤ ਸਵਾਗਤ ਹੈ। ਸਾਰੇ ਦਰਸ਼ਕਾਂ ਨੂੰ ਗੁਰਚਰਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਆਪਾਂ ਹਮੇਸ਼ਾ ਪ੍ਰੋਗਰਾਮ ਗੱਲਬਾਤ ਦੇ ਵਿੱਚ ਵਿਸ਼ੇਸ਼ ਗੈਸਟ ਦੇ ਨਾਲ ਗੱਲਬਾਤ ਕਰਦੇ ਆ ਤੇ ਸਾਡਾ ਅੱਜ ਦਾ ਵਿਸ਼ੇਸ਼ ਗੈਸਟ ਸਾਡਾ ਪ੍ਰਾਹੁਣਾ ਸਾਡੇ ਨਾਲ ਬਹੁਤ ਦੂਰੋਂ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਸ਼ਾਮਲ ਹੋ ਰਹੇ ਨੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਡਾਕਟਰ ਸੁਮੇਰਾ ਸਫਦਰ ਜੀ। ਡਾਕਟਰ ਸੁਮੇਰਾ ਸਫਦਰ ਜੀ, ਤੁਹਾਡਾ ਪ੍ਰੋਗਰਾਮ ਗੱਲਬਾਤ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ ਨੂੰ। ਜੀ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਮੈਨੂੰ ਇਨਵਾਈਟ ਕਰਨ ਲਈ। ਬਿਲਕੁਲ ਜੀ, ਸਾਨੂੰ ਅਤੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਕੈਨੇਡਾ ਦੇ ਵਿੱਚ ਕੈਲਗਰੀ ਦੇ ਵਿੱਚ ਬੈਠੇ ਹੋਏ ਤੁਹਾਡੇ ਨਾਲ ਇੰਨੀ ਦੂਰੋਂ ਗੱਲਬਾਤ ਕਰਨ ਜਾ ਰਹੇ ਹਾਂ। ਸੁਮੇਰਾ ਜੀ, ਸਭ ਤੋਂ ਪਹਿਲਾਂ ਤਾਂ ਨਵਾਂ ਸਾਲ ਚੜ੍ਹਿਆ ਤੁਹਾਨੂੰ ਤੇ ਸਾਰੇ ਹੀ ਸਾਡੇ ਪਾਕਿਸਤਾਨ ਭੈਣ ਭਰਾਵਾਂ ਨੂੰ, ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਸ਼ੁਭ ਇੱਛਾ। ਇਸ ਤੋਂ ਬਾਅਦ ਆਪਾਂ ਗੱਲ ਕਰਨ ਲੱਗਿਆ ਸੁਮੇਰਾ ਹੁਣਾਂ ਦੇ ਨਾਲ। ਸੁਮੇਰਾ ਜੀ ਹੁਣਾਂ ਨੇ ਗੁਰੂ ਨਾਨਕ ਦੇਵ ਜੀ ਉੱਪਰ PhD ਕੀਤੀ ਹੈ। ਇਹ ਇਤਿਹਾਸ ਦੇ ਵਿਸ਼ੇ ਦੇ ਮਾਹਿਰ ਨੇ ਤੇ ਇਹਨਾਂ ਨੇ ਇਤਿਹਾਸ ਵਿੱਚ PhD ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਦਾ ਵਿਸ਼ਾ ਚੁਣਿਆ। ਗੁਰੂ ਨਾਨਕ ਦੇਵ ਜੀ ਪਾਕਿਸਤਾਨ ਦੇ ਵਿੱਚ ਵੀ ਉਨੇ ਹੀ ਜਾਣੇ ਜਾਂਦੇ ਨੇ, ਉਨੇ ਹੀ ਸਤਿਕਾਰੇ ਜਾਂਦੇ ਨੇ ਜਿੰਨੇ ਕਿ ਹੋਰ ਦੇਸ਼ਾਂ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ। ਸੋ ਸੁਮੇਰਾ ਜੀ, ਤੁਸੀਂ ਥੋੜੀ ਜਿਹੀ ਪਹਿਲਾਂ ਤੇ ਆਪਣੀ ਸੰਖੇਪ ਜਾਣਕਾਰੀ ਦਿਓ ਤੇ ਫਿਰ ਆਪਾਂ ਤੁਹਾਡੀ PhD ਦੇ ਵਿਸ਼ੇ ਵੱਲ ਆਵਾਂਗੇ। ਜੀ ਸੁਮੇਰਾ ਜੀ। ਹਾਂਜੀ, ਇੱਕ ਤੇ ਪਹਿਲਾਂ ਮੇਰੇ ਵੱਲੋਂ ਵੀ ਸਭ ਨੂੰ ਬਹੁਤ ਬਹੁਤ ਸਲਾਮ, ਸਤਿ ਸ੍ਰੀ ਅਕਾਲ, ਆਦਾਬ ਤੇ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਸਭ ਲਈ ਜਿਹੜੇ ਸਾਡੇ ਭੈਣ ਭਰਾ ਇੰਨੀ ਦੂਰ ਰਹਿ ਰਹੇ ਨੇ। ਔਰ ਜਿੱਥੋਂ ਤੱਕ ਮੇਰਾ ਤਾਲੁਕ ਹੈ ਜੀ, ਮੈਂ ਪੰਜਾਬੀ ਹਾਂ ਔਰ ਮੈਂ ਪੰਜਾਬ ਦੇ ਇਲਾਕੇ ਮੰਡੀ ਬਹਾਉਲਦੀਨ ਤੋਂ ਤਾਲੁਕ ਰੱਖਦੀ ਹਾਂ। ਮੇਰੀ ਪੈਦਾਇਸ਼ ਉੱਥੋਂ ਦੀ ਹੈ ਔਰ ਮੈਂ ਅੱਜ ਕੱਲ੍ਹ ਜਿਹੜੀ ਮੇਰੀ ਰਿਹਾਇਸ਼ ਹੈ ਉਹ ਇੱਥੇ ਕੈਪੀਟਲ ਵਿੱਚ ਹੈ ਔਰ ਮੈਂ ਅਸਿਸਟੈਂਟ ਪ੍ਰੋਫੈਸਰ ਹਾਂ ਪੰਜਾਬ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਔਰ ਮੈਂ ਤਾਰੀਖ ਦੀ ਸਟੂਡੈਂਟ ਹਾਂ। ਤਾਰੀਖ ਪੜ੍ਹਨੀ ਹਾਂ, ਤਾਰੀਖ ਪੜ੍ਹਾਉਂਦੀ ਹਾਂ ਔਰ ਦੋ ਬੇਟੀਆਂ ਨੇ ਮੇਰੀਆਂ ਮਾਸ਼ਾਅੱਲਾ, 6 ਸਾਲ ਦੀ ਇੱਕ 3 ਸਾਲ ਦੀ। ਔਰ ਮੈਨੇ ਜਿਹੜਾ ਕੀਤਾ ਹੈ, ਜਿਸ ਟੌਪਿਕ ਤੁਸੀਂ ਗੱਲ ਕਰ ਰਹੇ ਹੋ, ਚੂੰਕਿ ਮੈਂ ਪੰਜਾਬੀ ਹਾਂ, ਪੰਜਾਬ ਦੀ ਧਰਤੀ ਨਾਲ ਮੇਰਾ ਆਪਣਾ ਇੱਕ ਤਾਲੁਕ ਹੈ ਔਰ ਇਹਦੇ ਨਾਲ ਇੱਕ ਰੂਹ ਦਾ ਵੀ ਰਿਸ਼ਤਾ ਹੈ ਤੇ ਇਸ ਲਈ ਮੈਂ ਇਹ ਜਿਹੜਾ ਟੌਪਿਕ ਹੈ ਇਹਨੂੰ ਸਿਲੈਕਟ ਕੀਤਾ ਔਰ ਇਹਦੇ ਤੇ ਕੰਮ ਕੀਤਾ। ਜੀ ਸੁਮੇਰਾ ਜੀ, ਤੁਸੀਂ ਜਿਹੜਾ ਵਿਸ਼ਾ ਹੈ ਗੁਰੂ ਨਾਨਕ ਦੇਵ ਜੀ ਦਾ ਚੁਣਿਆ, ਤੁਹਾਡਾ ਟੌਪਿਕ ਹੈ ਤੇ ਤੁਸੀਂ ਕੀ ਧਿਆਨ ਰੱਖਿਆ, ਕੀ ਸੀ ਤੁਹਾਡਾ ਆਸ਼ਾ, ਕਿਉਂਕਿ ਤੁਸੀਂ ਇੱਕ ਪਹਿਲੀ ਮੁਸਲਿਮ ਲੜਕੀ ਹੋ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਇਸ ਵਿਸ਼ੇ ਦੇ ਉੱਪਰ PhD ਕੀਤੀ ਹੈ। ਸੋ ਜਦੋਂ ਤੁਸੀਂ ਇਹ PhD ਕਰਨ ਲੱਗੇ ਸੀ, ਤੁਹਾਡਾ ਐਡਵਾਈਜ਼ਰ ਵੀ ਹੋਏਗਾ, ਤੁਸੀਂ ਉਸ ਐਡਵਾਈਜ਼ਰ ਦੇ ਨਾਲ ਇਸ ਸਬਜੈਕਟ ਨੂੰ, ਇਸ ਟੌਪਿਕ ਨੂੰ ਕਿਉਂ ਚੁਣਿਆ? ਕੀ ਸੀ ਤੁਹਾਡੇ ਮਨ ਦੇ ਵਿੱਚ ਵਲਵਲਾ ਕਿ ਮੈਂ ਇਸ ਵਿਸ਼ੇ ਉੱਪਰ ਹੀ PhD ਕਰਨੀ ਹੈ? ਹਾਂਜੀ, ਇਹ ਬੜਾ ਵਧੀਆ ਸਵਾਲ ਹੈ ਤੁਹਾਡਾ। ਐਕਚੁਅਲੀ ਜਦੋਂ ਮੈਂ ਛੋਟੀ ਸਾਂ, ਜ਼ਾਹਿਰ ਅਸੀਂ ਪੰਜਾਬੀ ਹਾਂ ਤੇ ਮੇਰੀ ਜਿਹੜੀ ਨਾਨੀ ਮਾਂ ਸਨ ਜਾਂ ਮੇਰੇ ਬਾਕੀ ਜਿਹੜੇ ਘਰ ਦੇ ਵੱਡੇ ਸਨ, ਉਹਨਾਂ ਕੋਲੋਂ ਅਸੀਂ ਪਾਰਟੀਸ਼ਨ ਤੋਂ ਪਹਿਲੇ ਜਿਸ ਤਰ੍ਹਾਂ ਇਕੱਠੇ ਰਹਿੰਦੇ ਸੀ, ਸਿੱਖ ਭਰਾ ਮੁਸਲਮਾਨ ਇਕੱਠੇ ਰਹਿੰਦੇ ਸੀ, ਉਹ ਗੱਲਾਂ ਸੁਣੀਦਾ ਸੀ ਤੇ ਬੜੀ ਨਾ ਫੈਸੀਨੇਸ਼ਨ ਹੁੰਦੀ ਸੀ ਤੇ ਉੱਥੋਂ ਥੋੜੀ ਜਾਣਕਾਰੀ ਸਟਾਰਟ ਤੋਂ ਹੀ ਹੈ ਸੀ ਰਿਲੇਟਿਡ ਟੂ ਸਿੱਖ ਹਿਸਟਰੀ ਕਹਿ ਲਓ ਤੁਸੀਂ, ਸਿੱਖ ਕਮਿਊਨਿਟੀ ਨਾਲ ਜਿਹੜੀ ਜਾਣਕਾਰੀ ਵਾਕਫੀਅਤ ਵਗੈਰਾ ਡਿਵੈਲਪ ਉੱਥੋਂ ਹੋਈ। ਉਸ ਤੋਂ ਬਾਅਦ ਜਦੋਂ ਮੈਂ ਹਾਇਰ ਲੈਵਲ ਤੇ ਇਹਨੂੰ ਪਰਸੂ ਕੀਤਾ ਆਪਣੀ ਸਟੱਡੀਜ਼ ਨੂੰ ਤੇ ਮੈਂ ਸੂਫੀ ਥਾਟ ਨੂੰ ਸਟੱਡੀ ਕੀਤਾ ਔਰ ਉਸ ਦੇ ਦੌਰਾਨ ਗੁਰੂ ਨਾਨਕ ਜੀ ਨੂੰ ਮੈਨੂੰ ਸਟੱਡੀ ਕਰਨ ਦਾ ਮੌਕਾ ਮਿਲਿਆ ਐਂਡ ਫॉर द ਫਸਟ ਟਾਈਮ ਪਹਿਲੀ ਵਾਰੀ ਮੈਨੂੰ ਉਹਨਾਂ ਨੂੰ ਥੋੜਾ ਕਰੀਬ ਤੋਂ ਜਾਣਨ ਦਾ ਮੌਕਾ ਮਿਲਿਆ, ਕਿਉਂਕਿ ਉਸ ਤੋਂ ਪਹਿਲੇ ਥੋੜਾ ਬਹੁਤ ਤੁਹਾਨੂੰ ਪਤਾ ਹੈ ਜਿਹੜੇ ਸਾਡੇ ਸਿਲੇਬਸ ਵਿੱਚ ਬਹੁਤ ਜ਼ਿਆਦਾ ਡਿਟੇਲਸ ਨਹੀਂ ਹੈ ਨੇ, ਲੇਕਿਨ ਉਹਨਾਂ ਦੀ ਕਹਿ ਲਓ ਕਿ ਜਿਹੜੀ ਪਹਿਲੀ ਵਾਰੀ ਉਹਨਾਂ ਦੀ ਸੋਚ ਵਿਚਾਰ, ਉਹਨਾਂ ਦੀ ਥਾਟ, ਉਹਨਾਂ ਦੀ ਜਿਹੜੀ ਸ਼ਖਸੀਅਤ ਸੀ, ਪਰਸਨੈਲਿਟੀ ਸੀ, ਉਹਨੂੰ ਫਿਰ ਮੈਂ ਕਰੀਬ ਤੋਂ ਪੜ੍ਹਿਆ ਤੇ ਮੇਰੀ ਉਹਦੇ 'ਚ ਕਾਫੀ ਜ਼ਿਆਦਾ ਮਤਲਬ ਮੈਨੂੰ ਉਹਨੇ ਇੰਸਪਾਇਰ ਕੀਤਾ ਔਰ ਮੈਂ ਫਿਰ ਦੇਖਿਆ ਕਿ ਸਾਡੇ ਕੋਲ ਕਿੰਨਾ ਕੀ ਇਹਨਾਂ ਤੇ ਕੰਮ ਹੋਇਆ ਇਸ ਬਾਰੇ 'ਚ ਗੁਰੂ ਨਾਨਕ ਜੀ ਦੀ
ਪਰਸਨੈਲਿਟੀ ਦੇ ਬਾਰੇ ਚ ਜਾਂ ਉਹਨਾਂ ਦੀ ਹਿਸਟਰੀ ਦੇ ਬਾਰੇ ਚ, ਉਹਨਾਂ ਦੇ ਥਾਟਸ ਦੇ ਬਾਰੇ ਚ। ਤੇ ਪਾਕਿਸਤਾਨ ਵਿੱਚ ਐਸਾ ਕੰਮ ਐਕੈਡਮੀਆ ਦੇ ਅੰਦਰ ਉਸ ਤਰ੍ਹਾਂ ਨਹੀਂ ਹੋਇਆ। ਤੇ ਫਿਰ ਮੇਰੇ ਸੁਪਰਵਾਈਜ਼ਰ ਨੂੰ ਪ੍ਰੋਫੈਸਰ ਡਾਕਟਰ ਇਕਬਾਲ ਚਾਵਲਾ ਸਾਹਿਬ, ਉਹ ਫਾਰਮਰ ਚੇਅਰਮੈਨ ਸਨ ਹਿਸਟਰੀ ਡਿਪਾਰਟਮੈਂਟ ਦੇ ਐਂਡ ਡੀਨ ਫੈਕਲਟੀ ਆਫ ਆਰਟਸ ਐਂਡ ਹਿਊਮੈਨਿਟੀਜ਼, ਤੇ ਉਹਨਾਂ ਦਾ ਵੀ ਇੱਕ ਬਹੁਤ ਇੱਕ ਸੋਚ ਸੀ ਕਿ ਇਸ ਬਾਰੇ ਚूंकि ਪਹਿਲੇ ਕੰਮ ਨਹੀਂ ਕੀਤਾ ਗਿਆ ਪਾਕਿਸਤਾਨ ਦੇ ਅੰਦਰ ਔਰ ਇਹਦੇ ਤੇ ਕੰਮ ਹੋਣਾ ਚਾਹੀਦਾ ਹੈ। ਤੇ ਮੈਂ ਜਦੋਂ ਉਹਨਾਂ ਨੂੰ ਆਪਣਾ ਸੁਜੈਸਟ ਕੀਤਾ, ਅਸਾਂ ਮਿਲ ਕੇ ਡਿਸਕਸ਼ਨ ਕੀਤੀ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਟਸ ਚੈਲੰਜਿੰਗ ਬਟ ਯੂ ਕੈਨ ਡੂ ਇਟ। ਤੇ ਹਾਂਜੀ, ਤੇ ਉਹ ਅੱਛੇ ਸਟੂਡੈਂਟ ਦਾ ਇੱਕ ਹੁੰਦਾ ਹੈ ਉਸਤਾਦਾਂ ਦਾ, ਕਿ ਉਹਨਾਂ ਕਿਹਾ ਨਹੀਂ ਤੂੰ ਕਰ ਲੈਂਦੀ। ਤੇ ਫਿਰ ਮੈਂ ਸਟਾਰਟ ਕੀਤਾ ਐਂਡ ਬਾਕੀ ਥੋੜਾ ਚੈਲੰਜਿੰਗ ਤੇ ਰਿਹਾ, ਲੇਕਿਨ ਰੱਬ ਦੀ ਮਿਹਰ ਹੈ, ਗੁਰੂ ਨਾਨਕ ਜੀ ਦੀ ਨਜ਼ਰ ਹੈ ਕਿ ਫਿਰ ਹੋ ਗਿਆ ਸੀ। ਬਹੁਤ ਅੱਛੀ ਗੱਲ ਹੈ, ਬਹੁਤ ਅੱਛੀ ਹੈ। ਸਾਨੂੰ ਬਹੁਤ, ਮੈਨੂੰ ਖੁਸ਼ੀ ਹੋ ਰਹੀ ਹੈ ਇਹ ਸੁਣ ਕੇ ਕਿ ਤੁਸੀਂ ਉਸ ਇੱਕ ਚੁਣੌਤੀ ਭਰਪੂਰ ਵਿਸ਼ਾ ਸੀ ਜਿਹਨੂੰ ਕਿ ਚੁਣਿਆ। ਇਹਦੇ ਵਿੱਚ ਚੁਣੌਤੀਆਂ ਵੀ ਤੁਹਾਨੂੰ ਬਹੁਤ ਆਈਆਂ ਹੋਣੀਆਂ। ਖੈਰ ਇਹ ਤੁਹਾਡੀ PhD ਦਾ ਬੜਾ ਵਾਸਟ ਹੈ, ਜਿਹਦੇ ਬਾਰੇ ਅਸੀਂ ਬਹੁਤੀ ਤਾਂ ਖੈਰ ਨਹੀਂ ਮੈਨੂੰ ਲੱਗਦਾ, ਪਰ ਥੋੜਾ ਜਿਹਾ ਮੈਂ ਚਾਹੁੰਦੀ ਹਾਂ ਕਿ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝ ਪਾਈਏ ਸਮੈਰਾ, ਕਿ ਜਦੋਂ ਤੁਸੀਂ ਇਸ ਵਿਸ਼ੇ ਨੂੰ ਚੁਣਿਆ ਤਾਂ ਕੁਝ ਇੱਕ ਆਬਜੈਕਟਿਵ ਆਪਣੇ ਮਨ ਦੇ ਵਿੱਚ ਹੁੰਦੇ ਨੇ ਜਦੋਂ ਅਸੀਂ PhD ਕਰਦੇ ਹਾਂ, ਕਿ ਮੈਂ ਇਹਨਾਂ ਆਬਜੈਕਟਿਵਸ ਨੂੰ, ਇਹ ਮੇਰੇ ਆਸ਼ੇ ਨੇ, ਇਹ ਮੈਂ ਇਹਨਾਂ ਨੂੰ ਪੂਰੇ ਕਰਨਾ ਹੈ ਇਸ ਆਪਣੀ ਲਿਖਤ ਦੇ ਵਿੱਚ। ਤਾਂ ਤੁਸੀਂ ਕੀ ਆਬਜੈਕਟਿਵ ਚੁਣੇ ਆਪਣੇ PhD ਦੇ, ਕਿ ਜਿਹੜੇ ਕਿ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਕੁਝ ਇੱਕ ਚੈਲੰਜਸ, ਚੁਣੌਤੀਆਂ ਜਿਹੜੀਆਂ ਸੀ ਉਹਨਾਂ ਨੂੰ ਹੱਲ ਕਰਨ ਦਾ ਸਬੱਬ ਬਣ ਸਕਦੇ ਸੀ? ਬਿਲਕੁਲ ਜੀ। ਇੱਕ ਤੇ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਮੈਂ ਉਹਨਾਂ ਨੂੰ ਜਦੋਂ ਪੜ੍ਹਿਆ ਔਰ ਜਿੰਨੀ ਵੱਡੀ ਉਹਨਾਂ ਦਾ ਇੱਕ ਸਟੈਚਰ ਸਾਹਮਣੇ ਆਇਆ, ਇੱਕ ਮੈਨੂੰ ਲੱਗਿਆ ਕਿ ਇਹਨੂੰ ਜਾਣਿਆ ਨਹੀਂ ਗਿਆ ਨਾ, ਜਿੰਨਾ ਕਿ ਉਹਨਾਂ ਦੀ ਇਸ ਧਰਤੀ ਨਾਲ ਜਿਹੜਾ ਉਹਨਾਂ ਦਾ ਹੱਕ ਹੈ ਸਾਡੀ ਧਰਤੀ ਤੇ, ਔਰ ਜਿੰਨਾ ਸਾਨੂੰ ਜਾਣਨ ਦੀ ਜ਼ਰੂਰਤ ਹੈ ਸ਼ਾਇਦ ਅਸੀਂ ਉਹਨਾਂ ਜਾਣ ਨਹੀਂ ਪਾਏ ਹਾਂ। ਔਰ ਦੂਸਰਾ ਇਹ ਸੀ ਕਿ ਮੈਂ ਚਾਹੁੰਦੀ ਸਾਂ ਕਿ ਇਹ, ਚੂੰਕਿ ਮੈਨੂੰ ਇਹ ਲੱਗਿਆ ਕਿ ਨਹੀਂ ਕੀਤਾ ਗਿਆ ਹੋਇਆ, ਤੇ ਮੈਨੂੰ ਇਹ ਕਰਨਾ ਚਾਹੀਦਾ ਹੈ। ਔਰ ਉਹਨਾਂ ਦੀ ਜਿਤਨੀ ਵੱਡੀ ਜਿਹੜੀ ਪਰਸੋਨ ਹੈ, ਉਹਨਾਂ ਦੀ ਪਰਸਨੈਲਿਟੀ ਦੇ ਇਤਨੀਆਂ ਡਾਇਮੈਂਸ਼ਨਸ ਨੇ, ਉਹਨਾਂ ਨੂੰ ਹਾਈਲਾਈਟ ਕਰਨਾ, ਉਹਨਾਂ ਨੂੰ ਸਾਹਮਣੇ ਲਿਆਉਣਾ, ਕਿਉਂਕਿ ਇਹ ਉਹ ਧਰਤੀ ਹੈ ਜਿੱਥੇ ਉਹ ਪੈਦਾ ਹੋਏ, ਇਹ ਉਹ ਧਰਤੀ ਹੈ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰੀ, ਆਪਣੀ ਆਖਰੀ ਦਿਨ ਵੀ ਗੁਜ਼ਾਰੇ। ਔਰ ਇੱਥੇ ਉਹਨਾਂ ਨੂੰ ਯਾਦ ਕੀਤਾ ਜਾਣਾ, ਉਹਨਾਂ ਨੂੰ ਸੈਲੀਬ੍ਰੇਟ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਔਰ ਦੂਸਰਾ ਇਹ ਸੀ ਕਿ ਮੈਂ ਇਹ ਸਮਝਦੀ ਹਾਂ, ਔਰ ਮੇਰੇ ਸੁਪਰਵਾਈਜ਼ਰ ਸਾਹਿਬ ਦੀ ਵੀ ਇਹ ਐਸੀ ਸੋਚ ਸੀ ਕਿ ਸਾਨੂੰ ਇੰਟਰਫੇਥ ਡਾਇਲੋਗ ਜਿਹੜਾ ਹੈ ਨਾ, ਉਹ ਅੱਜ ਦੇ ਦੌਰ ਦੀ ਬਹੁਤ ਵੱਡੀ ਜ਼ਰੂਰਤ ਹੈ। ਸਾਨੂੰ ਕਮਿਊਨਿਟੀਜ਼ ਨੂੰ ਇੱਕ ਦੂਜੇ ਨੂੰ ਜਾਣਨ ਦੀ ਬਹੁਤ ਜ਼ਰੂਰੀ ਹੈ, ਇੱਕ ਦੂਜੇ ਨੂੰ ਰਿਸਪੈਕਟ ਕਰਨ ਦੀ ਜ਼ਰੂਰਤ ਹੈ, ਇੱਕ ਦੂਸਰੇ ਦੀ ਹਿਸਟਰੀ ਨੂੰ ਰਿਸਪੈਕਟ ਕਰਨ ਦੀ ਜ਼ਰੂਰਤ ਹੈ, ਲੈਗੇਸੀ ਨੂੰ ਰਿਸਪੈਕਟ ਕਰਨ ਦੀ ਜ਼ਰੂਰਤ ਹੈ, ਔਰ ਹਾਰਮਨੀ, ਪੀਸ ਕ੍ਰੀਏਟ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਔਰ ਇਹੀ ਸਾਡੇ ਮੇਨ ਆਬਜੈਕਟਿਵ ਸਨ। ਔਰ ਉਹਦੇ ਇਲਾਵਾ ਜਿਹੜਾ ਮੇਰੀ ਜਿਹੜੀ ਕਹਿ ਲਓ ਕਿ ਜ਼ਿਆਦਾ ਇਨਸਪੀਰੇਸ਼ਨ ਵੀ ਜਿਹਨੇ ਕਾਜ਼ ਕੀਤੀ, ਉਹ ਮੈਂ ਜਾਣਨਾ ਚਾਹੁੰਦੀ ਸਾਂ ਕਿ ਜਿਹੜੀ ਇੱਕ ਰਿਲੀਜੀਅਸ ਤੇ ਉਹਨਾਂ ਦੀ ਹੈ ਹੀ ਹੈ, ਲੇਕਿਨ ਰਿਲੀਜੀਅਸ ਤੋਂ ਇਲਾਵਾ ਵੀ ਉਹਨਾਂ ਦੀ ਸ਼ਖਸੀਅਤ ਦੀ ਇੰਨੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਾਣ ਕੇ ਅੱਜ ਦਾ ਬੰਦਾ ਵੀ ਬਹੁਤ ਹੈਰਾਨ ਹੁੰਦਾ ਹੈ ਕਿ ਅੱਜ ਦੇ 550 ਸਾਲ ਪਹਿਲੇ ਜਿਹੜੇ ਉਹਨਾਂ ਨੇ ਸੋਸ਼ੋ ਪੋਲੀਟੀਕਲ ਥਾਟ ਦਿੱਤੀ ਹੈ, ਉਹ ਅੱਜ ਦੇ ਮਾਡਰਨ ਪੀਰੀਅਡ ਨਾਲ ਵੀ ਬਹੁਤ ਜ਼ਿਆਦਾ ਰੈਲੇਵੈਂਟ ਹੈ। ਔਰ ਉਹ ਵੀ ਮੈਂ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਆਈ ਜਸਟ ਵਿਸ਼, ਮੇਰੀ ਖਾਹਿਸ਼ ਹੈ ਕਿ ਉਹਨਾਂ ਦਾ, ਤੇ ਯਕੀਨ ਕਰੋ ਕਿ ਇੰਨੀ ਵੱਡੀ ਸ਼ਖਸੀਅਤ ਹੈ ਕਿ ਸ਼ਾਇਦ ਉਹਨੂੰ ਕੋਈ ਇੱਕ ਥੀਸਿਸ, ਕੋਈ ਇੱਕ ਕਿਤਾਬ, ਕੋਈ ਇੱਕ ਚੀਜ਼ ਕਵਰ ਕਰ ਹੀ ਨਹੀਂ ਸਕਦੀ ਉਹਦੇ। ਔਰ ਮੇਰਾ ਇਹ ਵੀ ਖਾਹਿਸ਼ ਹੈ ਕਿ ਮੇਰੇ ਤੋਂ ਬਾਅਦ ਮਜ਼ੀਦ ਲੋਕ ਵੀ ਕੰਮ ਕਰਨ ਪਾਕਿਸਤਾਨ ਦੇ ਅੰਦਰ, ਕਿਉਂਕਿ ਇਸ ਧਰਤੀ ਤੇ ਉਹਨਾਂ ਦੀ ਹਿਸਟਰੀ ਹੈ ਹੀ ਜ਼ਿਆਦਾ ਸਾਡੇ ਕੋਲ ਮੌਜੂਦ ਹੈ। ਇਸ ਵਾਸਤੇ ਉਸ ਹਿਸਟਰੀ ਨੂੰ ਜਾਣਨਾ ਔਰ ਜਾਣਨ ਤੋਂ ਬਾਅਦ ਫਿਰ ਉਸ ਹਿਸਟਰੀ ਨੂੰ ਪ੍ਰੀਜ਼ਰਵ ਕਰਨਾ ਬਹੁਤ ਜ਼ਰੂਰੀ ਹੈ। ਮੈਨੂੰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਸਮੈਰਾ, ਕਿ ਤੁਹਾਡੇ ਤੋਂ ਪਹਿਲਾਂ ਕਿੰਨੇ ਕੋਈ ਹੋਰ ਸਟੂਡੈਂਟ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਉੱਪਰ PhD ਕੀਤੀ ਹੋਵੇ ਪਾਕਿਸਤਾਨ ਦੇ ਵਿੱਚ? ਕੋਈ ਹੈ ਆਈਡੀਆ? ਕਿਉਂਕਿ ਜਦੋਂ ਤੁਸੀਂ ਨਵਾਂ ਵਰਕ ਫੋਲੋ ਕਰਦੇ ਹੋ ਤੇ ਜ਼ਰੂਰ ਪਿਛਲੀਆਂ ਸਟੱਡੀਜ਼ ਜਿਹੜੀਆਂ ਹੁੰਦੀਆਂ, ਤੁਸੀਂ ਪਹਿਲਾਂ ਉਹਨਾਂ ਨੂੰ ਸਟੱਡੀ ਕਰਦੇ ਹੋ ਕਿ ਪਹਿਲਾਂ ਕਿੰਨਾ ਕੁਝ ਇਹਦੇ ਉੱਪਰ ਵਰਕ ਹੋ ਚੁੱਕਾ ਹੈ ਤੇ ਮੈਂ ਉਸ ਤੋਂ ਅੱਗੇ ਲੈ ਕੇ ਚੱਲਾਂ। ਕੋਈ ਹੈ ਆਈਡੀਆ ਕਿ ਕਿੰਨੇ ਕੁ ਤੁਹਾਡੇ ਤੋਂ ਇਲਾਵਾ ਕਿੰਨੇ ਕੁ ਲੋਕ ਜਿਹੜੇ ਨੇ, ਕਿੰਨੇ ਕੁ ਸਟੂਡੈਂਟ ਜਿਹੜੇ ਨੇ ਤੇ PhD ਕਰ ਚੁੱਕੇ? ਹਾਂਜੀ, ਨਹੀਂ, PhD ਲੈਵਲ ਤੇ ਪਹਿਲੇ ਕੰਮ ਨਹੀਂ ਹੋਇਆ ਜੀ। ਅੱਛਾ, ਪਹਿਲੇ ਯੂ ਆਰ ਕੰਮ ਦ ਨਹੀਂ ਫਸਟ ਹੋਇਆ ਵਨ। ਜੀ। ਹਾਂਜੀ, I am the ਸੋ first one. ਤੇ ਬੜੀ ਫਖਰ ਵਾਲੀ ਗੱਲ ਹੈ ਸਮੈਰਾ, ਪਹਿਲਾਂ ਤਾਂ ਮੁਬਾਰਕਾਂ ਬਹੁਤ ਕਿ ਤੁਸੀਂ ਇੰਨੇ ਵੱਡਾ ਕੰਮ ਜਿਹੜਾ ਹੈ ਉਹ ਸ਼ੁਰੂ ਕੀਤਾ ਹੈ। ਸੋ ਖੈਰ, ਇਸ PhD ਨੂੰ ਕਰਦਿਆਂ
ਚੁਣੌਤੀਆਂ ਦੀ ਤਾਂ ਆਪਾਂ ਗੱਲ ਕਰਦੇ ਹੀ ਆ, ਤੁਸੀਂ ਕਿਸ ਕੰਟੈਕਸਟ ਨੂੰ ਲੈ ਕੇ ਇਹ ਜਿਹੜਾ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਟਾਈਮਸ ਆਫ ਗੁਰੂ ਨਾਨਕ ਦੇਵ ਜੀ ਤੁਸੀਂ ਆਪਣਾ ਇਸ ਵਿਸ਼ੇ ਨੂੰ ਰੱਖਿਆ ਕਿ ਗੁਰੂ ਨਾਨਕ ਦੇਵ ਜੀ ਦਾ ਸਮਾਂ ਕਿਹੋ ਜਿਹਾ ਸੀ ਜਦੋਂ ਗੁਰੂ ਨਾਨਕ ਦੇਵ ਜੀ ਇਸ ਧਰਤੀ ਦੇ ਉੱਪਰ ਪੈਦਾ ਹੋਏ, ਵੱਡੇ ਹੋਏ, ਜਵਾਨ ਹੋਏ, ਤੇ ਫਿਰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਬੜਾ ਲੰਬਾ ਸਫ਼ਰ ਹੈ। ਉਹਨਾਂ ਨੇ ਕਰੀਬ 24 ਕੁ ਸਾਲ ਉਦਾਸੀਆਂ ਵੀ ਕੀਤੀਆਂ, ਐਂਡ ਫਿਰ ਇੱਥੇ ਆ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕਰੀਬ ਜ਼ਿੰਦਗੀ ਦੇ ਬਾਕੀ 10-15 ਸਾਲ ਜਿਹੜੇ ਨੇ ਉਹ ਗੁਜ਼ਾਰੇ ਨੇ। ਸੋ ਉਹਦੇ ਵਾਸਤੇ ਤੁਸੀਂ ਕਿਹੜੀ ਚੀਜ਼ ਨੂੰ ਹਵਾਲੇ ਦੇ ਰੂਪ ਵਿੱਚ ਲਿਆ ਕਿ ਤੁਸੀਂ ਉਹਨਾਂ ਦੀ ਹੁਣੇ ਕਿਹਾ ਹੈ ਕਿ ਜਿਵੇਂ ਅਸੀਂ ਉਹਨਾਂ ਦੀ ਸੋਸ਼ੀਓ ਪੋਲੀਟੀਕਲ ਜਿਹੜਾ ਹੈ ਵਿਸ਼ਾ ਹੈ ਤੁਸੀਂ ਉਹਨੂੰ ਚੁਣਿਆ, ਸੋ ਕਿਸ ਕੰਟੈਕਸਟ ਦੇ ਵਿੱਚ, ਕਿਸ ਰੈਫਰੈਂਸ ਦੇ ਵਿੱਚ, ਕਿਸ ਕੰਟੈਕਸਟ ਨੂੰ ਤੁਸੀਂ ਲਿਆ ਆਪਣੀ PhD ਕਰਨ ਵਾਸਤੇ? ਜੀ, ਜਦੋਂ ਵੀ ਅਸੀਂ ਤਾਰੀਖ ਦੇ ਅੰਦਰ ਕਿਸੇ ਵੀ ਸ਼ਖਸੀਅਤ ਨੂੰ, ਕਿਸੇ ਵਾਕਿਏ ਨੂੰ, ਕਿਸੇ ਇਨਸੀਡੈਂਟ ਨੂੰ ਸਟੱਡੀ ਕਰਦੇ ਆ ਨਾ, ਤੇ ਉਹਦੇ ਕੰਟੈਕਸਟ ਨੂੰ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ। ਮੈਂ ਇਹਦੇ ਲਈ ਕੰਟੈਕਸਚੁਅਲਿਸਟਿਕ ਹਿਸਟਰੀ ਮੈਥਡ ਯੂਜ਼ ਕੀਤਾ ਹੈ, ਔਰ ਮੈਂ ਸੋਸ਼ਲ ਰਿਕਨਸਟਰਕਸ਼ਨ ਦੀ ਥਿਊਰੀ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੀ ਸ਼ਖਸੀਅਤ, ਉਹਨਾਂ ਦੇ ਫਿਲਾਸਫੀ ਥਾਟ ਦੇ ਉੱਪਰ। ਔਰ ਦੇਖੋ ਜੀ, ਹਰ ਚੀਜ਼ ਦਾ ਜਿਹੜਾ ਬੈਕਗਰਾਉਂਡ ਹੁੰਦਾ ਹੈ ਜਾਂ ਜਿਹਦੇ ਚ ਉਹ ਚੀਜ਼ ਹੁੰਦੀ ਹੈ, ਉਹਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਗੁਰੂ ਨਾਨਕ ਜੀ ਦਾ ਜਿਹੜਾ ਟਾਈਮ ਸੀ, ਉਹ ਇੱਕ ਟ੍ਰਾਂਜੀਸ਼ਨ ਦਾ ਟਾਈਮ ਸੀ। ਇੰਡੀਆ ਦੇ ਅੰਦਰ ਇੱਕ ਪੋਲੀਟੀਕਲ ਟ੍ਰਾਂਜੀਸ਼ਨ ਹੋ ਰਹੀ ਸੀ। ਇੱਕ ਜਿਹੜੀ ਮਲੂਕੀਅਤ ਹੈ, ਜਿਹੜੀ ਲੋਧੀਜ਼ ਦੀ ਗਵਰਨਮੈਂਟ ਸੀ, ਉਹ ਖਤਮ ਹੋ ਰਹੀ ਸੀ, ਔਰ ਮੁਗਲ ਆ ਰਹੇ ਸਨ, ਬਾਬਰ ਆ ਰਿਹਾ ਸੀ, ਐਂਡ ਜਿਹੜੀ ਮੁਗਲ ਕਹਿ ਲੋ ਸਲਤਨਤ ਹੈ ਉਹ ਇਸਟੈਬਲਿਸ਼ ਹੋਣਾ ਸਟਾਰਟ ਹੋ ਰਹੀ ਸੀ। ਔਰ ਜਦੋਂ ਵੀ ਇੱਕ ਟ੍ਰਾਂਜ਼ਿਟਰੀ ਪੀਰੀਅਡ ਹੁੰਦਾ ਹੈ ਕਿਸੇ ਵੀ ਧਰਤੀ ਦੇ ਉੱਪਰ, ਉਹ ਇੱਕ ਬੜਾ ਬੇਚੈਨੀ ਦਾ, ਅਨਾਰਕੀ ਦਾ ਦੌਰ ਹੁੰਦਾ ਹੈ, ਉਹ ਤਕਸੀਮ ਦਾ ਦੌਰ ਹੁੰਦਾ ਹੈ, ਨਫਸਾ ਨਫਸੀ ਦਾ ਦੌਰ ਹੁੰਦਾ ਹੈ, ਔਰ ਉਹ ਸਰਵਾਈਵਲ ਲਈ ਲੋਕ ਜਿਹੜੇ ਨੇ ਉਹ ਆਪਣੀ ਜ਼ਾਤ ਨੂੰ ਸਿਰਫ ਦੇਖ ਰਹੇ ਹੁੰਦੇ ਨੇ ਕਿ ਆਪਣੇ ਆਪ ਨੂੰ ਬਚਾ ਲਓ ਇਸ ਵਕਤ ਦੇ ਅੰਦਰ। ਉਹ ਇੱਕ ਐਸਾ ਵਕਤ ਸੀ, ਮੈਂ ਸਮਝਦੀ ਹਾਂ, ਕਿ ਜਿਹਦੇ ਅੰਦਰ ਗੁਰੂ ਨਾਨਕ ਜੀ ਸ਼ਖਸੀਅਤ ਦਾ ਆਣਾ ਆਪਣੇ ਆਪ ਵਿੱਚ ਇੱਕ ਮਿਰੇਕਲ ਹੈ, ਇੱਕ ਮੌਜਜ਼ਾ ਹੈ। ਇੱਕ ਇੰਟਰਸਟਿੰਗ ਚੀਜ਼ ਇਹ ਹੈ ਕਿ ਗੁਰੂ ਨਾਨਕ ਜੀ ਨੇ ਕੋਈ ਫਾਰਮਲ ਐਜੂਕੇਸ਼ਨ ਨਹੀਂ, ਔਰ ਉਹਦੇ ਬਾਵਜੂਦ ਉਹਨਾਂ ਨੇ ਉਸ ਸਮੇਂ ਨੂੰ ਜਿਸ ਤਰ੍ਹਾਂ ਸਮਝਿਆ, ਉਹਦੀ ਨਬਜ਼ ਫੜੀ, ਔਰ ਜਿਸ ਤਰੀਕੇ ਲੋਕਾਂ ਨੂੰ ਉਹਨਾਂ ਨੇ ਇੱਕ ਕਮਿਊਨਿਟੀ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਜ਼ਿੰਦਗੀ ਦਾ ਇੱਕ ਵੱਡਾ ਮਕਸਦ ਦੇਣ ਦੀ ਕੋਸ਼ਿਸ਼ ਕੀਤੀ ਕਿ ਸਰਵਾਈਵਲ ਤੋਂ ਉੱਪਰ ਵੀ ਜਾਣ ਦੀ ਜ਼ਰੂਰਤ ਹੈ ਹਿਊਮੈਨਿਟੀ ਨੂੰ, ਇਨਸਾਨ ਨੂੰ। ਔਰ ਜਿਹੜੇ ਤੁਸੀਂ ਮੁਖਤਲਿਫ ਸੋਚਾਂ ਦੇ ਲੋਕ ਨੇ, ਮੁਖਤਲਿਫ ਧਰਮਾਂ ਦੇ ਲੋਕ ਨੇ, ਖੂਬਸੂਰਤ ਚੀਜ਼ ਇਹ ਹੈ ਕਿ ਉਹਨਾਂ ਨੂੰ ਇੱਕ ਬੜੇ ਜ਼ਬਰਦਸਤ ਤਰੀਕੇ ਨਾਲ ਇੱਕ ਐਸਾ ਮਾਡਲ ਕ੍ਰੀਏਟ ਕੀਤਾ ਕਿ ਲੋਕ ਆਪਣੇ ਡਿਫਰੈਂਸ ਹੋਣ ਦੇ, ਜ਼ਿਹਨੀ ਜਾਂ ਨਜ਼ਰੀਆਤੀ ਸੋਚ ਦੇ ਫਰਕ ਹੋਣ ਦੇ ਬਾਵਜੂਦ ਅੱਛੇ ਤਰੀਕੇ ਨਾਲ ਇੱਕ ਕਮਿਊਨਿਟੀ ਦੇ ਅੰਦਰ ਰਹਿ ਸਕਦੇ ਨੇ, ਔਰ ਇੱਕ ਦੂਸਰੇ ਨੂੰ ਪ੍ਰਮੋਟ ਵੀ ਕਰ ਸਕਦੇ ਨੇ, ਸਪੋਰਟ ਵੀ ਕਰ ਸਕਦੇ ਨੇ, ਔਰ ਉਹਨਾਂ ਦੀ ਥਾਟਸ ਕਹਿ ਲਓ, ਉਹਨਾਂ ਦੇ ਬਿਲੀਫਸ ਕਹਿ ਲਓ, ਉਹਨੂੰ ਕੋਈ ਹਰਜ ਨਹੀਂ ਹੁੰਦਾ, ਉਹਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ। ਔਰ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਜਿਹੜੀ ਕਿ ਸਾਨੂੰ ਤਾਰੀਖ ਵਿੱਚ ਬੜੀ ਘੱਟ ਨਜ਼ਰ ਆਉਂਦੀ। ਔਰ ਹਿੰਦੁਸਤਾਨ ਦੀ ਜ਼ਮੀਨ ਦੇ ਅੰਦਰ ਜਿੱਥੇ ਇੰਨੀਆਂ ਕਮਿਊਨਿਟੀਜ਼ ਨੇ, ਇੰਨੀਆਂ ਜ਼ਬਾਨਾਂ ਬੋਲਣ ਵਾਲੇ ਲੋਕ ਨੇ, ਔਰ ਇੰਨੇ ਧਰਮਾਂ ਤੋਂ ਤਲਕ ਰੱਖਣ ਵਾਲੇ ਲੋਕ ਨੇ, ਉਹਦੇ ਵਿੱਚ ਇੱਕ 550 ਸਾਲ ਪਹਿਲੇ ਅੱਜ ਤੋਂ ਇੱਕ ਸੁਸਾਇਟੀ ਨੂੰ ਰੀਕਨਸਟਰਕਟ ਕਰਨ ਲਈ ਇੱਕ ਸੋਚ ਦੇਣਾ, ਔਰ ਨਾ ਸਿਰਫ ਸੋਚ ਦੇਣਾ ਬਲਕਿ ਉਹਨੂੰ ਅਮਲੀ ਸ਼ਕਲ ਵੀ ਦੇਣਾ, ਇਹ ਮੈਂ ਸਮਝਦੀ ਹਾਂ ਕਿ ਇੱਕ ਬਹੁਤ ਹਾਈ ਆਬਜੈਕਟਿਵ ਸੀ, ਔਰ ਇਹ ਗੁਰੂ ਨਾਨਕ ਸਾਹਿਬ ਹੀ ਅਚੀਵ ਕਰ ਸਕਦੇ ਸੀ। ਬਿਲਕੁਲ ਉਹਨਾਂ ਨੇ ਅਚੀਵ ਕੀਤਾ, ਬਿਲਕੁਲ ਸਹੀ ਗੱਲ ਹੈ। ਐਂਡ ਇਸ ਆਬਜੈਕਟਿਵ ਨੂੰ ਪਕੜਨ ਵਾਸਤੇ ਕੀ ਤੁਸੀਂ ਉਹਨਾਂ ਦੇ, ਗੁਰੂ ਨਾਨਕ ਦੇਵ ਜੀ ਦੀਆਂ ਲਿਖਤਾਂ ਦੇ ਹਵਾਲੇ ਤੋਂ ਤੁਸੀਂ ਕਿਸੇ ਨਤੀਜੇ ਤੇ ਪਹੁੰਚੇ, ਕਿ ਜਾਂ ਹੋਰ ਇਤਿਹਾਸਕਾਰਾਂ ਦੇ ਲਿਖਤਾਂ ਸੀ ਜਿਨ੍ਹਾਂ ਦੇ ਹਵਾਲਿਆਂ ਤੋਂ ਤੁਸੀਂ ਇਸ ਨਤੀਜੇ ਤੇ ਪਹੁੰਚੇ ਕਿ ਗੁਰੂ ਨਾਨਕ ਦੇਵ ਜੀ ਨੇ 550 ਸਾਲ ਪਹਿਲਾਂ ਇੱਕ ਬਹੁਤ ਵੱਖਰੀ ਤਰ੍ਹਾਂ ਦਾ ਸੋਚ ਜਿਹੜੀ ਸੀ ਉਹਨੂੰ ਸਮਾਜ ਦੇ ਵਿੱਚ ਲੈ ਕੇ ਆਇਆ? ਜੀ, ਬੁਨਿਆਦੀ ਕਹਿ ਲਓ, ਪ੍ਰਾਇਮਰੀ ਜਿਹੜਾ ਸੋਰਸ ਹੁੰਦਾ ਉਹ ਤੇ ਜ਼ਾਹਿਰ ਹੈ ਗੁਰੂ ਨਾਨਕ ਜੀ ਦੀ ਆਪਣੀ ਜਿਹੜੀ ਲਿਖਤ ਹੈ, ਜਿਹੜੀ ਉਹਨਾਂ ਦੀ ਸਾਡੇ ਕੋਲ ਪੋਇਟਰੀ ਹੈ, ਗ੍ਰੰਥ ਸਾਹਿਬ ਵਿੱਚ ਜਿਹੜਾ ਉਹਨਾਂ ਦਾ ਕਲਾਮ ਹੈ ਉਹੀ ਹੁੰਦਾ ਹੈ। ਲੇਕਿਨ ਮੇਰੇ ਵਾਸਤੇ ਇੱਕ ਹਰਡਲ ਇਹ ਸੀ ਕਿ ਚੂੰਕਿ ਅਸੀਂ ਐਕੈਡਮੀਆ 'ਚ ਸਾਡਾ ਮੀਡੀਅਮ ਇੰਗਲਿਸ਼ ਹੈ, ਔਰ ਦੂਸਰਾ ਹੈ ਕਿ ਉਹਨਾਂ ਦਾ ਕਲਾਮ ਚੂੰਕਿ ਕਲਾਸੀਕਲ ਗੁਰਮੁਖੀ 'ਚ ਔਰ ਹੋਈਆਂ ਨੇ ਹੁਣ ਪੰਜਾਬੀ 'ਚ, ਸਾਡੀ ਪੰਜਾਬੀ 'ਚ ਵੀ ਉਹਨਾਂ ਦੀ ਟ੍ਰਾਂਸਲੇਸ਼ਨਸ ਹੋਈਆਂ ਨੇ, ਔਰ ਹੋਰ ਵੀ ਉਹਨਾਂ ਤੇ ਲੋਕੀ ਕੰਮ ਕਰ ਰਹੇ ਨੇ,
लेकिन मैं फिर ज्यादातर ਜਿਹੜੀ ਮੇਰੀ ਕਹਿ ਲਓ ਕਿ ਮੈਂ ਯੂਜ਼ ਕੀਤਾ ਹੈ ਉਹ ਜਿਹੜੀਆਂ ਉਹਨਾਂ ਦੀਆਂ ਐਕਨੋਲੇਜਡ ਇੰਗਲਿਸ਼ ਟ੍ਰਾਂਸਲੇਸ਼ਨਸ ਨੇ ਉਹਨਾਂ ਨੂੰ ਯੂਜ਼ ਕੀਤਾ ਕਿਉਂਕਿ ਮੇਰਾ ਕੰਮ ਇੰਗਲਿਸ਼ ਵਿੱਚ ਸੀ ਔਰ ਨਾਲ ਨਾਲ ਮੈਂ ਥੋੜੀ ਬਹੁਤ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਖੁਦ ਵੀ ਗੁਰਮੁਖੀ ਨੂੰ ਅੰਡਰਸਟੈਂਡ ਕਰ ਸਕਾਂ ਹਾਲੇ ਮੇਰੀ ਪ੍ਰੋਫੀਸ਼ੀਐਂਸੀ ਐਸਐਸ ਨਹੀਂ ਹੈ ਲੇਕਿਨ ਚूंकि ਮੇਰਾ ਅੱਗੋਂ ਪੋਸਟ ਡਾਕਟਰੇਟ ਕਰਨ ਦਾ ਵੀ ਪਲਾਨ ਹੈ ਅਗਰ ਰੱਬ ਨੇ ਚਾਹਿਆ ਗੁਰੂ ਸਾਹਿਬ ਦੀ ਮਿਹਰਬਾਨੀ ਰਹੀ ਤੇ ਮੈਂ ਇਹਨੂੰ ਮਜ਼ੀਦ ਇਹਦੇ ਤੇ ਕੰਮ ਕਰ ਰਹੀ ਹਾਂ ਜ਼ਰੂਰ ਹੋਏਗਾ ਜੀ, ਜ਼ਰੂਰ ਹੋਏਗਾ। ਸੋ ਇਹ ਸਾਡੇ ਨਾਲ ਨੇ ਸੁਮੇਰਾ ਜੀ, ਜਿਹੜੇ ਕਿ PhD ਕਰ ਰਹੇ ਨੇ, ਕਰ ਨਹੀਂ ਰਹੇ, ਕਰ ਚੁੱਕੇ ਹਨ ਤੇ ਪੋਸਟ ਡਾਕਟਰੇਟ ਕਰਨ ਦੀ ਸੋਚ ਰਹੇ ਨੇ। ਸੋ ਲੈਣੇ ਛੋਟੀ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਸੁਮੇਰਾ ਜੀ ਨਾਲ ਹੋਰ ਗੱਲਬਾਤ ਜਾਰੀ ਰੱਖਾਂਗੇ। ਸੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਗੱਲਬਾਤ ਵਿੱਚ ਸਵਾਗਤ ਹੈ। ਗੱਲਬਾਤ ਅਸੀਂ ਕਰ ਰਹੇ ਹਾਂ ਇਸਲਾਮਾਬਾਦ ਰਹਿ ਰਹੇ ਸੁਮੇਰਾ ਸਫਦਰ ਜੀ ਨਾਲ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਮਿਆਂ ਦੇ ਉੱਪਰ PhD ਕੀਤੀ ਹੈ। ਉਹਨਾਂ ਨੂੰ PhD ਦਾ ਵਿਸ਼ਾ ਚੁਣਨ ਦੀ ਕਿਉਂ ਲੋੜ ਪਈ, ਕਿਉਂ ਉਹਨਾਂ ਨੇ ਕਿਹੜੀ ਰੀਝ ਦੇ ਨਾਲ ਇਸ ਵਿਸ਼ੇ ਨੂੰ ਚੁਣਿਆ, ਸੋ ਅਸੀਂ ਇਹਦੇ ਬਾਰੇ ਗੱਲਬਾਤ ਕਰ ਚੁੱਕੇ ਹਾਂ ਤੇ ਗੱਲਬਾਤ ਅਗਾਂਹ ਜਾਰੀ ਰੱਖਦੇ ਹਾਂ। ਹਾਂਜੀ ਸੁਮੇਰਾ ਜੀ, ਤੁਹਾਡਾ ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ ਸਵਾਗਤ ਹੈ। ਸੁਮੇਰਾ, ਤੁਸੀਂ ਗੁਰੂ ਨਾਨਕ ਦੇਵ ਜੀ ਉੱਪਰ ਜਿਹੜਾ ਵੀ ਕੋਈ ਕੰਮ ਕੀਤਾ ਹੈ ਉਹ ਖੈਰ ਤੁਹਾਡੇ PhD ਦੇ ਵਿਸ਼ੇ ਦੀ ਇੱਕ ਬਹੁਤ ਵੱਡਾ ਡੂੰਘਾ, ਮੈਨੂੰ ਲੱਗਦਾ ਕਿ ਐਡਾ ਵੱਡਾ ਕਿਤਾਬ ਛਪ ਜਾਂਦੀ ਹੁੰਦੀ ਹੈ ਉਹਦੀ। ਅਸੀਂ ਗੱਲਬਾਤ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਬਾਰੇ। ਤੁਸੀਂ ਗੁਰੂ ਨਾਨਕ ਦੇਵ ਜੀ ਦੇ ਕਿਹੜੇ ਕਿਹੜੇ ਪੱਖਾਂ ਨੂੰ ਇਹਦੇ ਵਿੱਚ ਉਜਾਗਰ ਕੀਤਾ ਹੈ? ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਤੁਸੀਂ ਹੁਣੇ ਜ਼ਿਕਰ ਕੀਤਾ ਸੀਗਾ ਕਿ ਉਸ ਵੇਲੇ ਲੋਧੀ ਸੁਲਤਾਨ ਲੋਧੀ ਜਿਹੜਾ ਸੀ ਉਹਦਾ ਰਾਜ ਸੀ ਤੇ ਬਾਬਰ ਨੇ ਹਮਲਾ ਕੀਤਾ। ਐਂਡ ਸੁਮੇਰਾ ਜੀ, ਆਪਾਂ ਜਾਣਦੇ ਹਾਂ ਕਿ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਹੈ, ਪੰਜਾਬ ਦੀ ਧਰਤੀ, ਉਸ ਪੰਜਾਬ ਦੀ ਧਰਤੀ ਦੇ ਉੱਪਰ ਲਗਾਤਾਰ ਬਾਹਰੋਂ ਹਮਲੇ ਹੁੰਦੇ ਰਹੇ। ਲਗਭਗ 11ਵੀਂ ਸਦੀ ਤੋਂ ਲੈ ਕੇ ਮੈਂ ਕਹਿੰਦੀ ਉਸ ਤੋਂ ਪਹਿਲਾਂ ਵੀ ਕਦੀ ਮੁਗਲ ਆ ਗਏ, ਕਦੀ ਚੰਗੇਜ਼ੀ ਆ ਗਿਆ, ਕਦੀ ਅਫਗਾਨ ਆ ਗਏ, ਕਦੀ ਕੋਈ, ਸਾਰੇ ਹਮੇਸ਼ਾ ਲਗਾਤਾਰ ਕੁਚਲਦੇ ਰਹੇ ਇਸ ਧਰਤੀ ਨੂੰ। ਤੇ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਵੇਲੇ ਵੀ ਜਿਹੜਾ ਰਾਜ ਸੀ ਉਸ ਵੇਲੇ ਲੋਧੀ ਦਾ ਸੀਗਾ। ਤੇ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਇਸ ਧਰਤੀ ਦੇ ਉੱਪਰ ਵਿਚਰ ਰਹੇ ਸੀ ਤਾਂ ਬਾਬਰ ਹਮਲਾਵਰ ਬਣ ਕੇ ਆਇਆ। ਸੋ ਸੁਮੇਰਾ ਜੀ, ਬਾਬਰ ਦੇ ਬਾਰੇ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਬਾਬਰ ਦਾ ਹਮਲਾ ਸੀ ਤਾਂ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਨੂੰ ਮੁਖਾਤਬ ਕਰਕੇ ਵਿਚਰਿਆ ਸੀ ਕਿ ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੇ ਦਾਨਵੇ ਲਾਲੋ। ਸੋ ਉਹ ਇੱਕ ਬੜਾ ਵੱਡਾ ਚੈਲੰਜ ਉਹਨਾਂ ਨੇ ਬਾਬਰ ਨੂੰ ਦਿੱਤਾ ਸੀ ਕਿ ਉਹ ਜੋਰੀ ਦਾਨ ਮੰਗ ਰਿਹਾ ਹੈ, ਕਿਹਨਾਂ ਦੇ? ਅਸਮਤਾ ਦੇ, ਔਰਤਾਂ ਦੀਆਂ ਅਸਮਤਾਂ ਨੂੰ ਲੁੱਟ ਰਿਹਾ ਹੈ, ਲੋਕਾਂ ਨੂੰ ਲੁੱਟ ਰਿਹਾ ਹੈ। ਸੋ ਤੁਸੀਂ ਇਸ ਪੱਖ ਨੂੰ ਗੁਰੂ ਨਾਨਕ ਦੇਵ ਜੀ ਨੂੰ ਆਪਣੀ PhD ਦੇ ਵਿੱਚ ਕਿਵੇਂ ਲਿਆ ਹੈ ਕਿ ਉਹਨਾਂ ਨੇ ਲੋਕਾਂ ਦੀ ਗੱਲ ਕਿਸ ਤਰੀਕੇ ਦੇ ਨਾਲ ਕੀਤੀ, ਲੋਕਾਂ ਨੂੰ ਕਿਸ ਤਰੀਕੇ ਨਾਲ ਲੋਕਾਂ ਦੇ ਹੱਕ ਵਿੱਚ ਖੜੇ ਹੋਏ ਗੁਰੂ ਨਾਨਕ ਦੇਵ ਜੀ? ਜੀ, ਇਹ ਬੜਾ ਅਹਿਮ ਵਾਕਿਆ ਹੈ। ਕਹਿ ਲੋ ਕਿ ਗੁਰੂ ਨਾਨਕ ਜੀ ਦੀ ਤਾਰੀਖ ਦਾ ਵੀ, ਉਹਨਾਂ ਦਾ ਵੀ, ਔਰ ਜਿਹੜੀ ਜਦੋਂ ਬਾਬਰ ਨੇ ਹਮਲਾ ਕੀਤਾ ਉਸ ਦੌਰਾਨ ਵੀ, ਕਿ ਜਿਹੜਾ ਨਜ਼ਰ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਇੱਕ ਵਾਹਿਦ ਉਹ ਸ਼ਖਸੀਅਤ ਸਨ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਲਲਕਾਰਿਆ ਔਰ ਉਹਨਾਂ ਨੇ ਹੱਥ 'ਚ ਤਲਵਾਰ ਤੇ ਨਹੀਂ ਫੜੀ, ਲੇਕਿਨ ਉਹਨਾਂ ਨੇ ਆਪਣੇ ਸ਼ਬਦਾਂ ਦੇ ਜ਼ਰੀਏ, ਲਫ਼ਜ਼ਾਂ ਦੇ ਜ਼ਰੀਏ ਜਿਹੜਾ ਉਹ ਬਾਬਰ ਨੂੰ ਚੈਲੰਜ ਕੀਤਾ। ਔਰ ਐਕਚੁਅਲੀ ਜਿਹੜੀ ਅਸਲ ਉਹਨਾਂ ਦੀ ਕਹਿ ਲੋ ਕਿ ਮਸਲਾ ਸੀ ਜਾਂ ਪਰੇਸ਼ਾਨੀ ਸੀ, ਉਹ ਉਸ ਵਕਤ ਲੋਕਾਂ ਦੀ ਜਿਹੜੀ ਹਾਲਤ ਸੀ ਉਹ ਸੀ। ਉਹਨਾਂ ਨੂੰ ਤੇ ਨਾ ਕੋਈ ਲੋਧੀਆਂ ਨਾਲ ਕੋਈ ਹੈ ਸੀ ਮਤਲਬ ਸੀ, ਨਾ ਕੋਈ ਬਾਬਰ ਨਾਲ ਸੀ, ਲੇਕਿਨ ਜਿਹੜੀ ਚੀਜ਼ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਸੀ ਜਾਂ ਜਿਸ ਚੀਜ਼ ਦੀ ਵਜ੍ਹਾ ਤੋਂ ਉਹ ਡਿਸਟਰਬ ਸਨ, ਉਹ ਲੋਕਾਂ ਦੀ ਉਹ ਹਾਲਤ ਸੀ ਜਿਹੜੀ ਇਸ ਹਮਲੇ ਤੋਂ ਬਾਅਦ ਹਿੰਦੁਸਤਾਨ ਵਿੱਚ ਲੋਕੀ ਫੇਸ ਕਰ ਰਹੇ ਸਨ। ਔਰ ਉਹਦੇ 'ਚ ਕਈ ਚੈਲੰਜਿਸ ਨੇ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਜਦੋਂ ਵੀ ਕੋਈ ਕਿਸੇ ਜਗ੍ਹਾ ਤੇ ਇਨਵੇਜਨ ਹੁੰਦਾ ਹੈ, ਹਮਲਾ ਹੁੰਦਾ ਹੈ, ਜਾਂ ਕੋਈ ਨਵਾਂ ਬੰਦਾ ਆ ਕੇ ਚੜ੍ਹਾਈ ਕਰਦਾ ਹੈ, ਤੇ ਜ਼ਾਹਿਰ ਹੈ ਉੱਥੋਂ ਦੀ ਸਮਾਜੀ ਜਿਹੜੀ ਜ਼ਿੰਦਗੀ ਹੈ, ਮੁਆਸ਼ਰਤੀ ਜ਼ਿੰਦਗੀ ਹੈ, ਸਿਆਸੀ ਜ਼ਿੰਦਗੀ ਹੈ, ਮੁਆਸ਼ੀ ਜ਼ਿੰਦਗੀ ਹੈ, ਮਤਲਬ ਇਕਨੋਮਿਕਲ ਲਾਈਫ ਵੀ ਇਵਨ ਬਹੁਤ ਜ਼ਿਆਦਾ ਡਿਸਟਰਬ ਹੁੰਦੀ ਹੈ।
ਔਰ ਜੰਗ ਕਦੀ ਵੀ ਕਿਸੇ ਨੂੰ ਤੁਹਾਨੂੰ ਪਤਾ ਫਾਇਦਾ ਨਹੀਂ ਦਿੰਦੀ। ਤੇ ਉਹ ਉਸ ਦੌਰਾਨ ਚੂੰਕਿ ਹਿੰਦੁਸਤਾਨ ਪਹਿਲੇ ਹੀ ਹਿੰਦੁਸਤਾਨ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸਨ, ਲੇਕਿਨ ਜਦੋਂ ਫਿਰ ਬਾਬਰ ਦਾ ਹਮਲਾ ਆਇਆ ਤੇ ਉਹਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਇਫੈਕਟ ਹੋਈ, ਔਰ ਬੁਰੇ ਤਰੀਕੇ ਨਾਲ ਇਫੈਕਟ ਹੋਈ। ਖੁਸੂਸਨ ਜਦੋਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਪੰਜਾਬ ਦੀ ਧਰਤੀ ਤੇ, ਅਨਫੋਰਚੂਨੇਟਲੀ ਪੰਜਾਬ ਜਿਹੜਾ ਹੈ ਉਹ ਟਾਰਗੇਟ ਰਿਹਾ ਹੈ ਇਨਵੇਜਨਸ ਦਾ, ਔਰ ਇਹਦੀ ਵਜ੍ਹਾ ਤੋਂ ਪੰਜਾਬ ਨੇ ਬਹੁਤ ਬਹੁਤ ਕੁਝ ਸਹਿਆ ਹੈ। ਔਰ ਪੰਜਾਬ ਦੀ ਉੱਤੇ ਧਰਤੀ ਉੱਤੇ ਜਿਹੜੀਆਂ ਚੀਜ਼ਾਂ ਹੋਈਆਂ ਨੇ ਉਹ ਉਸ ਵਕਤ ਵੀ ਪੰਜਾਬ ਦੇ ਜਿਹੜੇ ਹਾਲਾਤ ਹੋਏ ਉਹ ਗੁਰੂ ਨਾਨਕ ਜੀ ਨੂੰ ਬਹੁਤ ਜ਼ਿਆਦਾ ਉਹਨਾਂ ਡਿਸਟਰਬ, ਜਿਹੜਾ ਸਾਨੂੰ ਉਹਨਾਂ ਦੀ ਪੋਇਟਰੀ ਦੇ ਅੰਦਰ ਜਿਹੜਾ ਉਹਨਾਂ ਦੇ ਵਿਚਾਰ ਨੇ ਉਹਨਾਂ ਦੇ ਅੰਦਰ ਅਸੀਂ ਦੇਖ ਸਕਦੇ ਹਾਂ ਕਿ ਉਹ ਕਿੰਨੇ ਡਿਸਟਰਬ ਸਨ ਇਸ ਸਾਰੀ ਸਿਚੁਏਸ਼ਨ ਤੋਂ। ਤੁਸੀਂ ਇਸ ਚੀਜ਼ ਨੂੰ ਸਮਰਾ ਤੁਸੀਂ ਇਸ ਚੀਜ਼ ਨੂੰ ਆਪਣੇ ਥੀਸਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪੱਖ ਤੋਂ ਜ਼ਰੂਰ ਲਿਆ ਹੋਣਾ ਹੈ ਨਾ, ਕਿ ਗੁਰੂ ਨਾਨਕ ਦੇਵ ਜੀ ਕਿਵੇਂ ਮਜ਼ਲੂਮਾਂ ਦੇ ਹੱਕ ਦੇ ਵਿੱਚ ਖੜੇ ਹੋਏ, ਲੋੜਵੰਦਾਂ ਦੇ ਹੱਕ ਵਿੱਚ ਖੜੇ ਹੋਏ। ਆਪਾਂ ਅਗਰ ਉਹਨਾਂ ਦੇ ਬਚਪਨ ਦੀਆਂ, ਕੀ ਤੁਸੀਂ ਉਹਨਾਂ ਦੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਚ ਕੁਝ ਸਾਖੀਆਂ ਲਿਖੀਆਂ ਗਈਆਂ ਨੇ ਉਹਨਾਂ ਨਾਲ ਸੰਬੰਧਿਤ, ਜਿਵੇਂ ਕਿ ਬਚਪਨ ਦੇ ਵਿੱਚ ਰਾਏ ਬੁਲਾਰ ਜੀ ਹਮੇਸ਼ਾ ਉਹਨਾਂ ਦੇ ਹੱਕ ਵਿੱਚ ਖੜੇ ਹੁੰਦੇ ਸੀ, ਇਸੇ ਤਰ੍ਹਾਂ ਹੀ ਕਦੀ ਕੁਝ ਉਹਨਾਂ ਸਾਖੀਆਂ ਸੀਗੀਆਂ ਜਿਵੇਂ ਕਿ ਉਹ ਮੱਝਾਂ ਚਾਰਨ ਜਾਂਦੇ ਨੇ, ਜਾਂ ਇੱਕ ਵਾਰੀ 20 ਰੁਪਏ ਉਹਨਾਂ ਨੂੰ ਦਿੱਤੇ ਤੇ ਉਹ ਵਪਾਰ ਕਰਨ ਗਏ, ਉਹਨਾਂ ਦੇ ਪਿਤਾ ਨੇ ਉਹਨਾਂ ਦੇ ਚਪੇੜ ਮਾਰੀ ਤਾਂ ਰਾਏ ਬੁਲਾਰ ਉਹਨਾਂ ਦੇ ਹੱਕ ਵਿੱਚ ਖੜੇ ਹੋਏ। ਕੀ ਇਹੋ ਜਿਹੀਆਂ ਘਟਨਾਵਾਂ ਦਾ ਜ਼ਿਕਰ ਵੀ ਤੁਹਾਡੀ ਥੀਸਿਸ ਦੇ ਵਿੱਚ, ਤੁਹਾਡੇ PhD ਦੇ ਵਿੱਚ ਹੈ ਸਮੈਰਾ? ਜੀ ਮੈਂ ਉਹਨਾਂ ਦੀ ਲਾਈਫ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਕਚੁਅਲੀ ਸਾਡੇ ਕੋਲ ਇਹ ਬੜਾ ਮਸਲਾ ਹੁੰਦਾ ਹੈ ਕਿ ਅਸੀਂ ਸੋਰਸਿਸ ਨੂੰ ਲੈ ਕੇ ਬੜੇ ਟੱਚੀ ਹੁੰਦੇ ਹਾਂ ਕਿ ਸਾਡੇ ਕੋਲ ਸੋਰਸ ਕਿੱਥੋਂ ਆ ਰਿਹਾ ਹੈ ਔਰ ਉਹ ਕੀ ਗੱਲ ਕਰ ਰਿਹਾ ਔਰ ਕੀ ਸੋਰਸਿਸ ਆਪਸ ਵਿੱਚ ਮੈਚ ਕਰ ਰਹੇ ਨੇ, ਉਹਨਾਂ ਦੀ ਨੈਰੇਸ਼ਨ ਮੈਚ ਕਰ ਰਹੀ ਹੈ। ਤੇ ਜਿੰਨੀਆਂ ਵੀ ਐਸਟੈਬਲਿਸ਼ਡ ਜਨਮ ਸਾਖੀਜ਼ ਨੇ ਮੈਂ ਉਹਨਾਂ ਨੂੰ ਯੂਟਿਲਾਈਜ਼ ਕੀਤਾ ਜੀ। ਔਰ ਉਹਨਾਂ ਦੀ ਲਾਈਫ ਦੇ ਤੁਸੀਂ ਕਹਿ ਰਹੇ ਹੋ ਉਹ ਇੰਨੇ ਮਜ਼ੇਦਾਰ ਇਨਸੀਡੈਂਟਸ ਨੇ, ਉਹ ਤੇ ਬੰਦਾ ਲੈ ਕੇ ਬਹਿ ਜਾਏ ਤੇ ਮੈਂ ਕਹਿੰਦੀ ਹਾਂ ਕਿ ਸਵੇਰ ਤੋਂ ਸ਼ਾਮ ਹੋ ਜਾਏ। ਉਹਨਾਂ ਦੀ ਜ਼ਿੰਦਗੀ ਤੇ ਛੋਟੇ ਹੁੰਦਿਆਂ ਤੋਂ ਲੈ ਕੇ ਮੈਂ ਕਹਿੰਦੀ ਹਾਂ ਕਿ ਜਦੋਂ ਇਸ ਦੁਨੀਆ ਤੋਂ ਗਏ ਨੇ ਉਹ ਇੰਨੀਆਂ ਕੁ ਖੂਬਸੂਰਤ ਕਿਸਮ ਦੀਆਂ ਚੀਜ਼ਾਂ ਨੇ ਕਿ ਜਿਵੇਂ ਉਹਨਾਂ ਦੀ ਤੁਸੀਂ ਵੇਖ ਲਓ ਆਖਰੀ ਦਿਨਾਂ ਦਾ ਉਹ ਫੁੱਲਾਂ ਵਾਲਾ ਵਾਕਿਆ ਹੈ ਕਿ ਮਤਲਬ ਉਹਨਾਂ ਦੀ ਮੁਹੱਬਤ ਇੰਨੀ ਕੁ ਸੀ ਦੋਨੋਂ ਕਮਿਊਨਿਟੀਜ਼ ਦੇ ਅੰਦਰ ਕਿ ਉਹ ਲੋਕੀ ਲੜ ਪਏ। ਮੁਸਲਿਮ ਕਹਿੰਦੇ ਸਨ ਕਿ ਇਹ ਸਾਡਾ ਪੀਰ ਹੈ ਔਰ ਸਿੱਖ ਕਹਿ ਲਓ ਜਾਂ ਹਿੰਦੂਸ ਕਹਿੰਦੇ ਸਨ ਕਿ ਉਹ ਸਾਡਾ ਹੈ ਸਨ, ਤੇ ਸਾਰੇ ਹੀ ਸਿੱਖ ਜ਼ਾਹਿਰ ਹੈ ਜਿਹੜਾ ਉਹਨਾਂ ਦੀ ਸਿੱਖੀ ਤੇ ਟੁਰ ਪਿਆ ਉਹੀ ਉਹਨਾਂ ਦਾ ਸਿੱਖ ਹੈ। ਤੇ ਆਮ ਸੌਰੀ, ਤੇ ਉਹ ਤੇ ਬਹੁਤ ਸਾਰੇ ਸਾਨੂੰ ਇਨਸੀਡੈਂਟਸ ਮਿਲਦੇ ਨੇ। ਫਿਰ ਜਿਹੜਾ ਜਦੋਂ ਮੱਝਾਂ ਚਰਾਉਣ ਜਾਂਦੇ ਸੀ ਔਰ ਜਦੋਂ ਦਰਖਤ ਥੱਲੇ ਸੌਂਗੇ ਔਰ ਬੱਦਲ ਉਹਨਾਂ ਦੇ ਸਾਇਆ ਵੀ ਕੀਤਾ, ਉਹ ਸਾਰਾ ਉਹ ਰਾਏ ਬੁਲਾਰ ਦੇਖ ਰਿਹਾ ਸੀ ਇਹ ਸਾਰੀਆਂ ਚੀਜ਼ਾਂ। ਉਹ ਰਾਏ ਬੁਲਾਰ ਐਵੇਂ ਤੇ ਨਹੀਂ ਉਹਨਾਂ ਤੋਂ ਇੰਨਾ ਇੰਸਪਾਇਰ ਹੋਇਆ, ਉਹਨੇ ਵੀ ਉਹਨਾਂ ਦੀਆਂ ਚੀਜ਼ਾਂ ਆਬਜ਼ਰਵ ਕੀਤੀਆਂ ਕਿ ਇਹ ਬੱਚਾ ਕੋਈ ਸਪੈਸ਼ਲ ਹੈ। ਫਿਰ ਜਿਹੜੀ ਉਹਨਾਂ ਦੇ ਉਸਤਾਦਾਂ ਨਾਲ ਉਹਨਾਂ ਨੇ ਐਜੂਕੇਸ਼ਨ ਲਈ ਔਰ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਸੁਲਤਾਨਪੁਰ ਲੋਧੀ ਜਾ ਕੇ ਸਰਵ ਕੀਤਾ ਔਰ ਉੱਥੇ ਜਿਹੜੀ ਕਰਪਸ਼ਨ ਹੋ ਰਹੀ ਸੀ ਜਿਵੇਂ ਉਹ ਸਾਹਮਣੇ ਲੈ ਕੇ ਆਏ, ਮਤਲਬ ਉਸ ਵੇਲੇ ਦੀ ਜਿਹੜੀ ਕਰਪਸ਼ਨ ਹੈ ਉਹ ਅੱਜ ਦੇ ਸੰਦਰਭ ਵਿੱਚ ਵੀ ਉਸੇ ਤਰ੍ਹਾਂ ਜਿੰਦੀ ਹੈ, ਪਾਕਿਸਤਾਨ ਵਿੱਚ ਵੀ ਜਿਉਂਦੀ ਹੈ। ਹਾਂਜੀ, ਇਹੀ ਮੇਰਾ ਜਿਹੜਾ ਕਹਿ ਲਓ ਕਿ ਹੈ ਕਿ ਮੈਂ ਜਦੋਂ ਇਹ ਸਾਰੀਆਂ ਚੀਜ਼ਾਂ ਪੜ੍ਹੀਆਂ ਤੇ ਮੈਂ ਕਿਹਾ ਇਹ ਤੇ ਵਾਕਈ ਉਹਨਾਂ ਨੇ ਉਸ ਜ਼ਮਾਨੇ 'ਚ, ਲੇਕਿਨ ਯੂਨੀਕ ਚੀਜ਼ ਇਹ ਹੈ ਕਿ ਉਸ ਜ਼ਮਾਨੇ 'ਚ ਜਿਸ ਤਰੀਕੇ ਉਹਨਾਂ ਨੇ ਚੈਲੰਜ ਕੀਤਾ, ਜਿਸ ਤਰੀਕੇ ਉਹ ਖੜੇ ਹੋਏ ਜਦੋਂ ਕਿ ਕੋਈ ਨਹੀਂ ਸੀ ਖੜੇ ਹੁੰਦਾ, ਔਰ ਜਿਸ ਤਰੀਕੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਕ੍ਰਿਟਿਸਾਈਜ਼ ਕੀਤਾ ਹੈ। ਉਹਨਾਂ ਦੇ ਸ਼ਬਦ ਦੇਖੋ ਕਿ ਉਹਨਾਂ ਦੇ ਵਿੱਚ ਇੰਨੀ ਡੈਪਥ ਹੈ। ਮਤਲਬ ਜੈਸੇ ਮੈਂ ਤੁਹਾਨੂੰ ਕਿਹਾ ਕਿ ਮੈਂ ਤੇ ਟ੍ਰਾਂਸਲੇਸ਼ਨ ਮਤਲਬ ਪੜ੍ਹੀਆਂ ਨੇ ਨਾ, ਤੇ ਮੈਂ ਆਈ ਵਾਸ ਜਸਟ ਸਟ੍ਰਕ ਕਿ ਮਤਲਬ ਇੱਕ ਬੰਦਾ ਜਿਹੜਾ ਕਦੇ ਸਕੂਲੇ ਨਹੀਂ ਗਿਆ ਉਹ ਫਾਈਨੈਂਸ ਦੇ ਮੈਟਰ ਤੇ ਕਿੰਨੀ ਸੋਲਿਡ ਗੱਲ ਕਰ ਰਿਹਾ, ਉਹ ਬੰਦਾ ਕਰਪਸ਼ਨ ਦੇ ਉੱਤੇ ਕਿੰਨੀ ਸੋਲਿਡ ਗੱਲ ਕਰ ਰਿਹਾ, ਉਹ ਬੰਦਾ ਲੋਕਾਂ ਦੀ ਜਿਹੜੀ ਸੈਲਫਿਸ਼ਨੈਸ ਹੈ ਬਿਲਕੁਲ ਸਰ, ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ, ਤੁਸੀਂ ਕਿਹਾ ਕਿ ਤੁਸੀਂ ਉਸ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਨਹੀਂ ਕਹਿ ਸਕੇ ਜਾਂ ਤੁਸੀਂ ਨਹੀਂ ਉਹਨੂੰ ਬੋਲਿਆ, ਜਿਵੇਂ ਹੁਣ ਮੈਂ ਇਸ ਗੱਲ ਨੂੰ ਕਹਿੰਦੀ ਹਾਂ ਕਿ ਜਿਹੜੀ ਕਰਪਸ਼ਨ ਹੈ ਜਾਂ ਜਿਹੜਾ ਰਾਜ ਹੈ ਉਹਦੇ ਵਿੱਚ ਕਿੰਨਾ ਜ਼ੁਲਮ ਹੁੰਦਾ ਸੀ, ਉਹਦੇ ਬਾਰੇ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਰਾਜੇਸ਼ੀ ਮੁਕੱਦਮ ਕੁੱਤੇ। ਰਾਜੇਸ਼ੀ ਮੁਕੱਦਮ, ਹਾਂ, ਰਾਜੇਸ਼ੀ ਮੁਕੱਦਮ ਕੁੱਤੇ। ਤੇ ਰਾਜੇ ਜਿਹੜੇ ਨੇ ਉਹ ਪਰਜਾ ਦੇ ਉੱਪਰ ਸ਼ੇਰਾਂ ਵਾਂਗੂ ਦਨਾਉਂਦੇ ਨੇ, ਤੇ ਉਹਨਾਂ ਦੇ ਜਿਹੜੇ ਅਹਿਲਕਾਰ ਨੇ ਉਹ ਕੁੱਤੇ ਨੇ ਜਿਹੜੇ ਮਗਰ ਪੁੱਛਾਂ ਲਾਉਂਦੇ ਫਿਰਦੇ ਨੇ। ਸੋ ਇੰਨਾ ਵੱਡੀ ਜ਼ੁਰਤ ਸੀ ਉਹਨਾਂ ਦੀ, ਜਿਹੜੀ ਕਿ ਉਸ ਵੇਲੇ ਉਹਨਾਂ ਨੇ ਇਹ ਸ਼ਬਦ ਕਹੇ ਨੇ ਸ਼ਰੇਆਮ ਉਸ ਵੇਲੇ ਦੀ ਹਕੂਮਤ ਨੂੰ। ਕੀ ਆਪਾਂ ਨੂੰ ਲੱਗਦਾ ਹੈ ਕਿ ਅੱਜ ਅਗਰ ਅਸੀਂ ਅੰਤਰਰਾਸ਼ਟਰੀ ਲੈਵਲ ਤੇ ਗੱਲ ਕਰੀਏ,
ਪਾਕਿਸਤਾਨ ਦੇ ਲੈਵਲ ਤੇ ਗੱਲ ਕਰੀਏ, ਹਿੰਦੁਸਤਾਨ ਦੇ ਲੈਵਲ ਤੇ ਗੱਲ ਕਰੀਏ, ਤਾਂ ਕੀ ਕੋਈ ਇਹੋ ਜਿਹਾ ਵਿਅਕਤੀ ਹੋ ਸਕਦਾ, ਆਪਾਂ ਇਮੇਜਿਨ ਕਰ ਸਕਦੇ ਹਾਂ ਕਿ ਜਿਹਦੇ ਵਿੱਚ ਇੰਨੀ ਜ਼ਰੂਰਤ ਹੋਵੇ ਇੰਨੀ ਗੱਲ ਕਰਨ ਦੀ? ਬੜਾ ਮੁਸ਼ਕਿਲ ਹੈ ਜੀ। ਮੈਂ ਤੇ ਕਹਿੰਦੀ ਹਾਂ ਕਿ ਗੁਰੂ ਨਾਨਕ ਨੂੰ ਅੱਜ ਦੇ ਦੌਰ 'ਚ ਜਾਣਨ ਦੀ ਸ਼ਾਇਦ ਇਸ ਲਈ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿ ਇਸ ਟਾਈਮ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਵਿਚਾਰਾਂ ਨੂੰ ਫੈਲਾਉਣ ਦੀ ਇਸ ਲਈ ਵੀ ਜ਼ਿਆਦਾ ਜ਼ਰੂਰਤ ਹੈ ਕਿ ਸਾਡੇ ਕੋਲ ਉਹੀ ਖਰਾਬੀਆਂ ਅੱਜ ਆਪਣੇ ਪੂਰੀ ਕਹਿ ਲਓ ਕਿ ਹਾਈਟ ਤੇ ਨੇ ਜਿਹੜੀਆਂ ਉਦੋਂ ਵੀ ਸਨ। ਇਸ ਲਈ ਔਰ ਚੂੰਕਿ ਜ਼ਿਆਦਾ ਮਜ਼ੇਦਾਰ ਗੱਲ ਹੈ ਕਿ ਚੂੰਕਿ ਉਹ ਇਸ ਇੰਡੀਜਨਸ ਮਾਹੌਲ ਨੂੰ ਸਮਝਦੇ ਸਨ ਔਰ ਉਹਦੇ ਮੁਤਾਬਕ ਉਹਨਾਂ ਨੇ ਗੱਲ ਕੀਤੀ ਹੈ, ਤੇ ਸਾਨੂੰ ਉਹਨਾਂ ਥਾਟਸ ਨੂੰ ਮਜ਼ੀਦ ਅੱਜ ਦੇ ਦੌਰ ਵਿੱਚ ਵੀ ਉਨੇ ਹੀ ਰੈਲੀਵੈਂਟ ਨੇ ਜਿੰਨੇ ਅੱਜ ਤੋਂ 550 ਸਾਲ ਪਹਿਲੇ ਸਨ। ਇਸ ਲਈ ਸਾਨੂੰ ਉਹਨਾਂ ਨੂੰ ਜਾਣਨ ਦੀ ਔਰ ਉਹਨਾਂ ਨੂੰ ਪ੍ਰੋਪੇਗੇਟ ਕਰਨ ਦੀ, ਫੈਲਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅੱਜ ਦੇ ਜਿੰਨੇ ਕਹਿ ਲਓ ਹੁਕਮਰਾਨ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਨਾਨਕ ਜੀ ਨੂੰ ਪੜ੍ਹਨ। ਯਕੀਨ ਕਰੋ ਕਿ ਉਹਨਾਂ ਨੇ ਜਿਹੜੇ ਮਾਡਲ ਸੈੱਟ ਕੀਤੇ ਨੇ ਉਹ ਬਹੁਤ ਹਾਈ ਮਾਡਲਸ ਨੇ। ਔਰ ਅਸੀਂ ਬਾਕੀ ਦੇਖੋ ਬਾਕੀ ਲੋਕਾਂ ਨੂੰ ਪੜ੍ਹਦੇ ਹਾਂ ਕਿ ਅਸੀਂ ਕਾਰਲ ਮਾਰਕਸ ਨੂੰ ਪੜ੍ਹ ਰਹੇ ਹਾਂ, ਅਸੀਂ ਪਲੈਟੋ ਨੂੰ ਪੜ੍ਹ ਰਹੇ ਹਾਂ, ਅਸੀਂ ਐਰਿਸਟੋਟਲ ਨੂੰ ਪੜ੍ਹ ਰਹੇ ਹਾਂ, ਉਹਨਾਂ ਦੀ ਥਿਊਰੀਜ਼। ਲੇਕਿਨ ਜਿਹੜਾ ਇਸ ਧਰਤੀ ਦਾ ਪੁੱਤ ਹੈ, ਜਿਹੜਾ ਇਸ ਧਰਤੀ ਦਾ ਲੈਜੈਂਡ ਹੈ, ਅਨਫੋਰਚੂਨੇਟਲੀ ਉਹਨੇ ਜਿਹੜੀਆਂ ਥਾਟਸ ਪੋਲੀਟੀਕਲ ਦਿੱਤੀਆਂ ਨੇ ਜਾਂ ਸੋਸ਼ਲ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਰਿਫੋਰਮੇਸ਼ਨ ਲਈ, ਅਸੀਂ ਉਹਨੂੰ ਭੁਲਾਈ ਬੈਠੇ ਹਾਂ। ਤੇ ਮੇਰੇ ਖਿਆਲ ਵਿੱਚ ਠੀਕ ਹੈ ਬਾਕੀ ਲੋਕਾਂ ਨੂੰ ਵੀ ਜਾਣਿਆ ਜਾਣਾ ਜ਼ਰੂਰੀ ਹੈ, ਲੇਕਿਨ ਜਿਹੜਾ ਇਸ ਧਰਤੀ ਤੋਂ ਬਿਲੋਂਗ ਕਰਦਾ ਹੈ, ਜਿਹੜਾ ਇੱਕ ਤੋਂ ਕੰਟੈਂਪਰਰੀ ਚੀਜ਼ਾਂ ਨੂੰ ਜ਼ਿਆਦਾ ਸਮਝ ਕੇ ਜਿਹਨੇ ਗੱਲ ਕੀਤੀ ਔਰ ਜਿਹੜਾ ਇਸ ਧਰਤੀ ਦੇ ਲੋਕਾਂ ਵਿੱਚੋਂ ਹੈ, ਉਹਨੂੰ ਜਾਣਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਉਹਦੀ ਥਾਟਸ ਨੂੰ, ਉਹਦੀ ਫਿਲਾਸਫੀ ਨੂੰ ਜਾਣਨਾ, ਉਸ ਤੋਂ ਬਾਅਦ ਅਪਲਾਈ ਕਰਨਾ ਮੇਰੇ ਖਿਆਲ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਔਰ ਇਹਨੂੰ ਐਕੈਡੈਮਿਕਸ ਵੀ ਪੜ੍ਹਾਇਆ ਜਾਣਾ ਜ਼ਰੂਰੀ ਹੈ। ਆਮ ਲੋਕਾਂ ਦਾ ਵੀ ਜਾਣਨਾ ਜ਼ਰੂਰੀ ਹੈ ਤੇ ਹੈ, ਲੇਕਿਨ ਐਕੈਡੈਮਿਕਸ ਵੀ ਉਹਨਾਂ ਦੀ ਥਾਟ ਨੂੰ ਪੜ੍ਹਾਇਆ ਜਾਣਾ ਬਹੁਤ ਜ਼ਰੂਰੀ ਹੈ। ਬਿਲਕੁਲ। ਸਮੇਰਾ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਅਸੀਂ ਮੈਂ ਤੇ ਕਹਿੰਦੀ ਹਾਂ ਕਿ ਕਰਮਾਂ ਵਾਲੇ ਆ ਕਿ ਅਸੀਂ ਲੋਕ ਉਸ ਧਰਤੀ ਦੇ ਉੱਪਰ ਜੰਮੇ ਪਲੇ ਆ। ਅਸੀਂ ਉਸ ਧਰਤੀ ਦੇ ਨਾਲ ਸਾਡਾ ਸੰਬੰਧ ਹੈ। ਚਾਹੇ ਪਾਕਿਸਤਾਨ ਦੇ ਦੋ ਹਿੱਸੇ ਹੋ ਗਏ ਨੇ, ਇੱਕ ਹਿੱਸਾ ਲਹਿੰਦਾ ਹੈ, ਇੱਕ ਚੜ੍ਹਦਾ ਹੈ, ਇੱਕ ਹਿੰਦੁਸਤਾਨ ਨਾਲ ਰਲ ਗਿਆ, ਇੱਕ ਪਾਕਿਸਤਾਨ ਨਾਲ ਰਲ ਗਿਆ। ਪਰ ਪੰਜਾਬ ਦੀ ਉਹ ਸਾਰੀ ਧਰਤੀ ਕਰਮਾਂ ਵਾਲੀ ਹੈ, ਭਾਗਾਂ ਵਾਲੀ ਹੈ ਕਿ ਜਿਹਦੇ ਉੱਪਰ ਇਸ ਪੀਰ ਦਾ, ਇਸ ਪੈਗੰਬਰ ਦਾ, ਇਸ ਗੁਰੂ ਦਾ ਜਨਮ ਹੋਇਆ। ਸਿੱਖ ਧਰਮ ਇੱਕ ਉਹ ਧਰਮ ਹੈ ਜਿਹੜਾ ਜੰਮਿਆ, ਪਲਿਆ ਤੇ ਵੱਡਾ ਹੋਇਆ ਸਮੁੱਚੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ। ਸੋ ਪੰਜਾਬੀਆਂ ਲਈ ਇਹ ਇੱਕ ਫਖਰ ਵਾਲੀ ਗੱਲ ਹੈ। ਚਾਹੇ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦੀ ਹਾਂ, ਤੁਸੀਂ ਮੁਸਲਿਮ ਧਰਮ ਨੂੰ ਬਿਲੋਂਗ ਕਰਦੇ ਹੋ, ਪਰ ਸਾਡੇ ਲਈ ਇਹ ਇੱਕ ਸਾਂਝਾ ਧਰਮ ਹੈ ਜਿਹਦੇ ਤੇ ਅਸੀਂ ਫਖਰ ਕਰ ਸਕਦੇ ਹਾਂ। ਸੋ ਇਸ ਦੇ ਬਾਨੀ ਗੁਰੂ ਨਾਨਕ ਦੇਵ ਜੀ ਇਹ ਸਾਡੇ ਸਾਰਿਆਂ ਦੇ ਸਾਂਝੇ ਨੇ। ਉਹਨਾਂ ਨੇ ਸਾਂਝੀ ਹੋਈ ਗੱਲ ਕੀਤੀ ਤੇ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜੀਓ। ਇਹ ਵੀ ਇੱਕ ਗੁਰਬਾਣੀ ਦੇ ਵਿੱਚ ਤੁਕ ਹੈ ਕਿ ਅਸੀਂ ਸਾਰੇ ਇੱਕੋ ਜਿਹੇ ਹਾਂ। ਤੁਸੀਂ ਦੱਸੋ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਨੇ ਉਹ ਮਾਈਨੋਰਿਟੀਜ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਉੱਥੇ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੁਣ ਤੱਕ ਕੰਮ ਕਰ ਰਿਹਾ ਹੈ? ਜੀ ਤੁਸੀਂ ਬਿਲਕੁਲ ਸਹੀ ਕਿਹਾ ਜੀ। ਗੁਰੂ ਨਾਨਕ ਸਭ ਦੇ ਸਾਂਝੇ ਨੇ ਔਰ ਉਹਨਾਂ ਦੀ ਤੁਸੀਂ ਚਾਹੇ ਜ਼ਿੰਦਗੀ ਲੈ ਲਓ ਜਾਂ ਚਾਹੇ ਉਹਨਾਂ ਦੇ ਵਿਚਾਰ ਲੈ ਲਓ, ਉਹਨਾਂ ਨੇ ਕਿਸੇ ਇੱਕ ਨੂੰ ਮੁਖਾਤਬ ਨਹੀਂ ਕੀਤਾ, ਕਿਸੇ ਇੱਕ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਸਭ ਦੀ ਸਾਂਝੀ ਗੱਲ ਕੀਤੀ ਔਰ ਵਾਕਈ ਉਹ ਸਭ ਦੇ ਸਾਂਝੇ ਨੇ। ਔਰ ਮੈਂ ਵੀ ਇਹੀ ਸਮਝਦੀ ਹਾਂ ਕਿ ਸਾਡੇ ਤੇ ਵੀ ਉਹਨਾਂ ਦਾ ਓਨਾ ਹੀ ਹੱਕ ਹੈ ਜਿੰਨਾ ਕਿ ਕਹਿ ਲਓ ਕਿ ਸਿੱਖ ਕਹਿ ਸਕਦੇ ਨੇ ਕਿ ਸਾਡੇ ਤੇ ਉਹਨਾਂ ਦਾ ਹੱਕ ਹੈ। ਤੇ ਪਾਕਿਸਤਾਨ ਦੇ ਅੰਦਰ ਹਾਂਜੀ ਸਿੱਖ ਕਮਿਊਨਿਟੀ ਜਿਹੜੀ ਉਹ ਬਹੁਤ ਵਧੀਆ ਰਹਿ ਰਹੀ ਹੈ। ਜ਼ਾਹਿਰ ਹੈ ਚੈਲੰਜਿਸ ਤੇ ਹੁੰਦੇ ਨੇ ਔਰ ਲੇਕਿਨ ਮੈਂ ਇਹ ਦੇਖ ਰਹੀ ਹਾਂ ਕਿ ਇਸ ਟਾਈਮ ਸਾਡੀ ਗਵਰਨਮੈਂਟ ਜਿਹੜੀ ਹੈ ਉਹ ਬਹੁਤ ਪੋਜ਼ਿਟਿਵ ਸਟੈਪਸ ਲੈ ਰਹੀ ਹੈ, ਜਿਸ ਤਰ੍ਹਾਂ ਕਰਤਾਰਪੁਰ ਕੋਰੀਡੋਰ ਖੋਲਿਆ ਗਿਆ ਔਰ ਹੁਣ ਅਸੀਂ ਮੁਖਤਲਿਫ ਫੀਲਡਸ ਵਿੱਚ ਦੇਖ ਰਹੇ ਹਾਂ ਕਿ ਸਿੱਖ ਕਮਿਊਨਿਟੀ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਵੱਧ ਰਹੀ ਹੈ। ਗੁਰੂ ਨਾਨਕ ਜੀ, ਇਹੀ ਗੱਲ ਹੈ ਕਿ ਇੱਕ ਚੀਜ਼ ਹੈ ਕਿ ਗੁਰੂ ਨਾਨਕ ਦੇ ਹਵਾਲੇ ਨਾਲ ਜਿਸ ਤਰ੍ਹਾਂ ਮੈਂ ਕਿਹਾ ਕਿ ਗੁਰੂ ਨਾਨਕ ਜੀ ਤੇ ਜਿਹੜਾ ਜ਼ਰੂਰਤ ਸੀ ਅੱਜ ਤੱਕ ਉਹਨਾਂ ਨੂੰ ਜਾਣਨ ਦੀ ਜਾਂ ਕੰਮ ਹੋਣ ਦੀ, ਉਹ ਅਨਫੋਰਚੂਨੇਟਲੀ ਨਹੀਂ ਹੋਇਆ। ਲੇਕਿਨ ਚੂੰਕਿ ਮੈਂ ਸਮਝਦੀ ਹਾਂ ਕਿ ਇੱਕ ਪਹਿਲੀ ਇੱਟ ਮੈਂ ਰੱਖੀ ਹੈ ਤੇ ਇਸ ਤੋਂ ਬਾਅਦ
ਹੋਰ ਵੀ ਲੋਕੀ ਆਣਗੇ ਤੇ ਉਹ ਇਹਦੇ ਤੇ ਕੰਮ ਹੋਏਗਾ। नो डाउट पहले निमिया तो बाहर किताबां लिखियां गईयां ने, आर्टिकल्स लिखे जांदे रहे ने, लेकिन मैं समझदी हां कि हाले उन्हां दी इतनी वड्डी परसोना है कि ओहदे ते बहुत सारा काम होना बहुत जरूरी है। और ओहदे ਲਈ मैं समझदी हां कि ਜਿਹੜੀ ਇੱਥੇ ਦੇ ਸਿੱਖ ਭਰਾ ਨੇ, ਭੈਣਾਂ ਭਰਾ ਨੇ, ਉਹ ਇਹਦੇ ਲਈ ਬਹੁਤ ਵੱਡਾ ਰੋਲ ਪਲੇ ਕਰ ਸਕਦੇ ਨੇ। ਕਿਉਂਕਿ ਜ਼ਾਹਿਰ ਹੈ ਜਿਸ ਤਰ੍ਹਾਂ ਤੁਸੀਂ ਸਮਝ ਸਕਦੇ ਹੋ ਕਿ ਜਿਹੜੀ ਗ੍ਰੰਥ ਸਾਹਿਬ ਨੂੰ ਜਿਸ ਤਰ੍ਹਾਂ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ, ਸ਼ਾਇਦ ਬੀਇੰਗ ਅ ਮੁਸਲਿਮ ਦੂਸਰਿਆਂ ਵਾਸਤੇ ਉਹ ਥੋੜਾ ਸਾਰਾ ਮੁਸ਼ਕਿਲ ਹੋਏਗਾ। ਲੇਕਿਨ ਇਹਦੇ ਤੇ ਹੋਰ ਕੰਮ ਹੋਣਾ ਚਾਹੀਦਾ ਹੈ। ਔਰ ਜਿਹੜੀ ਗੁਰੂ ਨਾਨਕ ਜੀ ਦੀ ਹਿਸਟਰੀ ਹੈ ਸਾਡੇ ਏਰੀਆ ਦੇ ਅੰਦਰ, ਉਹਨੂੰ ਸਮਝਣਾ, ਉਹਦੀ ਅਵੇਅਰਨੈਸ, ਉਹਦੀ ਅੰਡਰਸਟੈਂਡਿੰਗ, ਔਰ ਉਸ ਤੋਂ ਬਾਅਦ ਉਹਦੀ ਓਨਰਸ਼ਿਪ ਹੋਣਾ ਬਹੁਤ ਜ਼ਰੂਰੀ ਹੈ। ਔਰ ਜਦੋਂ ਓਨਰਸ਼ਿਪ ਹੋਏਗੀ ਤਾਂ ਜ਼ਾਹਿਰ ਹੈ ਕਿ ਅਸੀਂ ਉਸ ਹਿਸਟਰੀ ਨੂੰ ਪ੍ਰੀਜ਼ਰਵ ਕਰ ਸਕਾਂਗੇ ਆਉਣ ਵਾਲੀਆਂ ਨਸਲਾਂ ਲਈ। ਮੈਂ ਸਮਝਦੀ ਹਾਂ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਗੁਰੂ ਨਾਨਕ ਦੀ ਥਾਟ ਨੂੰ, ਉਹਨਾਂ ਦੇ ਵਿਚਾਰ ਨੂੰ ਔਰ ਉਹਨਾਂ ਦੀ ਸ਼ਖਸੀਅਤ ਨੂੰ ਆਉਣ ਵਾਲੀਆਂ ਨਸਲਾਂ ਲਈ ਮਹਿਫੂਜ਼ ਕਰੀਏ। ਔਰ ਇਹਦੇ ਲਈ ਮੈਂ ਸਮਝਦੀ ਹਾਂ ਕਿ ਸਾਡੀ ਜਿਹੜੀ ਇੱਥੇ ਸਿੱਖ ਕਮਿਊਨਿਟੀ ਹੈ ਉਹ ਬਹੁਤ ਵੱਡਾ ਰੋਲ ਪਲੇ ਕਰ ਸਕਦੀ ਹੈ। ਔਰ ਮੈਂ ਆਪਣੀ ਹਕੂਮਤ ਤੋਂ ਵੀ ਬਹੁਤ ਜ਼ਿਆਦਾ ਹੋਪਫੁਲ ਹਾਂ। ਸਾਡੀ ਪ੍ਰੈਜ਼ੈਂਟ ਗਵਰਨਮੈਂਟ ਜਿਹੜੀ ਹੈ ਉਹਨੇ ਬਹੁਤ ਅੱਛੇ ਸਟੈਪ ਲਏ ਨੇ। ਔਰ ਸਾਡਾ ਵੀ ਜਿਹੜਾ ਮੇਰੇ ਕੰਮ ਦਾ ਵੀ ਇੱਕ ਮਕਸਦ ਸੀ ਉਹ ਇਹ ਸੀ ਕਿ ਇੰਟਰਫੇਥ ਡਾਇਲੋਗ ਹੋਏ, ਇੰਟਰਫੇਥ ਹਾਰਮਨੀ, ਪੀਸ ਕ੍ਰੀਏਟ ਹੋਏ। ਦੇਖੋ ਜੰਗਾਂ ਨੇ, ਲੜਾਈਆਂ ਝਗੜਿਆਂ ਨੇ ਇਸ ਦੁਨੀਆ ਨੂੰ ਕੁਝ ਨਹੀਂ ਦਿੱਤਾ। ਔਰ ਪਿਆਰ, ਮੁਹੱਬਤ, ਪੀਸ ਜਿਹੜਾ ਇਹ ਇਸ ਦੌਰ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਔਰ ਅੰਡਰਸਟੈਂਡਿੰਗ ਬਿਟਵੀਨ ਦ ਕਮਿਊਨਿਟੀਜ਼ ਨੇ, ਦੂਸਰੇ ਲੋਕਾਂ ਨੂੰ ਜਾਣਨਾ, ਉਹਨਾਂ ਨੂੰ ਰਿਸਪੈਕਟ ਕਰਨਾ, ਉਹਨਾਂ ਦੇ ਲੈਜੈਂਡਸ ਨੂੰ ਰਿਸਪੈਕਟ ਕਰਨਾ, ਉਹਨਾਂ ਦੀ ਹਿਸਟਰੀ ਦੀ ਰਿਸਪੈਕਟ ਕਰਨਾ, ਲੈਗੇਸੀ ਦੀ ਰਿਸਪੈਕਟ ਕਰਨਾ, ਜਿਹੜਾ ਇਹ ਬਹੁਤ ਜ਼ਰੂਰੀ ਹੈ। ਔਰ ਮੈਨੂੰ ਉਮੀਦ ਹੈ ਕਿ ਇਹਦੇ ਤੇ ਮਜ਼ੀਦ ਜਿਹੜਾ ਹੈ ਉਹ ਕੰਮ ਹੋਏਗਾ, ਮਜ਼ੀਦ ਲੋਕ ਅੱਗੇ ਆਣਗੇ। ਔਰ ਸਾਡੀ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਨਾ ਸਿਰਫ ਇਹਦੇ 'ਚ ਆਪਣਾ ਰੋਲ ਪਲੇ ਕਰੇਗੀ, ਬਲਕਿ ਜ਼ਾਹਿਰ ਹੈ ਜਿਸ ਵਕਤ ਇਹ ਚੀਜ਼ਾਂ ਹੋਣਗੀਆਂ ਤੇ ਆਟੋਮੈਟਿਕਲੀ ਉਹਨਾਂ ਨੂੰ ਇਹਦਾ ਬੈਨੀਫਿਟ ਵੀ ਹੋਏਗਾ, ਇਹਦਾ ਫਾਇਦਾ ਵੀ ਹੋਏਗਾ। ਜੀ ਸਮੀਰਾ, ਬਹੁਤ ਵਧੀਆ, ਬਹੁਤ ਖੂਬਸੂਰਤ ਗੱਲਬਾਤ ਸਾਡੀ ਚੱਲ ਰਹੀ ਹੈ ਤੇ ਥੋੜੀ ਬ੍ਰੇਕ ਦਾ ਸਮਾਂ ਹੋ ਗਿਆ। ਲੈਣੇ ਆ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਸਮੀਰਾ ਜੀ ਨਾਲ ਅਗਾਂਹ ਗੱਲਬਾਤ ਜਾਰੀ ਰੱਖਾਂਗੇ। ਸੋ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੇਰੇ ਵੱਲੋਂ ਜਾਣੀ ਗੁਰਚਰਨ ਤਿੰਦ ਵੱਲੋਂ ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਗੱਲਬਾਤ ਦੇ ਵਿੱਚ। ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਇਸਲਾਮਾਬਾਦ, ਪਾਕਿਸਤਾਨ ਤੋਂ ਸੁਮੇਰਾ ਸਫਦਰ ਜੀ ਨਾਲ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਮਿਆਂ ਦੇ ਉੱਪਰ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਵਿਸ਼ੇ ਨੂੰ ਆਪਣੀ PhD ਵਾਸਤੇ ਚੁਣਿਆ। ਗੁਰੂ ਨਾਨਕ ਦੇਵ ਜੀ ਉਸ ਧਰਤੀ ਦੇ ਉੱਪਰ ਕਰਤਾਰਪੁਰ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਅੰਤਮ ਸਮਾਂ ਬਿਤਾਇਆ। ਅੱਜ ਕੱਲ੍ਹ ਜਿੱਥੇ ਨਨਕਾਣਾ ਸਾਹਿਬ ਹੈ, ਉਸ ਜਗ੍ਹਾ ਦੇ ਉੱਪਰ ਉਹਨਾਂ ਦਾ ਜਨਮ ਹੋਇਆ, ਉੱਥੇ ਉਹਨਾਂ ਨੇ ਬਚਪਨ ਹੰਢਾਇਆ। ਉਹਨਾਂ ਦੀ 30 ਸਾਲ ਦੀ ਉਮਰ ਸੀ ਜਦੋਂ ਉਹ ਸੁਨੇਹਾ ਦੇਣ ਲਈ ਪੂਰੀ ਦੁਨੀਆ ਗਾਉਣ ਨੂੰ ਤੁਰ ਪਏ। 4 ਉਦਾਸੀਆਂ ਕੀਤੀਆਂ, 24 ਸਾਲ ਦਾ ਲੰਬਾ ਸਮਾਂ ਉਦਾਸੀਆਂ ਦੇ ਵਿੱਚ, ਸਫ਼ਰਾਂ ਦੇ ਵਿੱਚ ਗੁਜ਼ਾਰਿਆ, ਤੇ ਫਿਰ ਪੰਜਾਬ ਦੇ ਵਿੱਚ ਕਰਤਾਰਪੁਰ ਵਿਖੇ ਆ ਕੇ ਜ਼ਿੰਦਗੀ ਜਿਉਣ ਦਾ ਢੰਗ ਲੋਕਾਂ ਨੂੰ ਸਿਖਾਇਆ। ਉਹ ਚੀਜ਼ਾਂ ਜਿਹੜੀਆਂ ਕਿ ਉਹਨਾਂ ਨੂੰ ਉਸ ਵੇਲੇ ਸਮਾਜ ਦੇ ਵਿੱਚ ਟੁੰਬਦੀਆਂ ਸੀ, ਚੰਗੀਆਂ ਨਹੀਂ ਲੱਗਦੀਆਂ ਸੀ, ਕੁਤਾਹੀਆਂ ਲੱਗਦੀਆਂ ਸੀ, ਉਹਨਾਂ ਦੇ ਵਿਰੁੱਧ ਉਹਨਾਂ ਨੇ ਆਵਾਜ਼ ਉਠਾਈ। ਉਹਨਾਂ ਦੇ ਵਿੱਚੋਂ ਇੱਕ ਆਵਾਜ਼ ਸੀ, ਭੰਡ ਜੰਮੀਏ ਭੰਡ ਨਿਮੀਏ। ਸੋ ਇਹ ਭੰਡ ਵਾਲੀ ਫਿਲਾਸਫੀ, ਔਰਤ ਨੂੰ ਇੱਕ ਯੋਗ ਦਰਜਾ ਦੇਣ ਵਾਲੀ, ਕਿ ਭੰਡ ਜੰਮੀਏ ਭੰਡ ਨਿਮੀਏ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ, ਭੰਡ ਮੂਆ ਭੰਡ ਪਾ ਲਈਏ, ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਏ, ਜਿੱਤ ਜੰਮੇ ਰਾਜਾ। ਔਰਤਾਂ ਦੇ ਪੱਖ ਵਿੱਚ ਵੀ ਉਹਨਾਂ ਹਾਂ ਦਾ ਨਾਰਾ ਲਾਇਆ। ਸੋ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਸੁਮੇਰਾ ਜੀ ਦਾ। ਸੁਮੇਰਾ ਜੀ, ਤੁਹਾਡਾ ਫੇਰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਤੇ ਮੈਂ ਗੱਲ ਕਰ ਰਹੀ ਸਾਂ ਔਰਤਾਂ ਦੇ ਪੱਖ ਵਿੱਚ ਗੁਰੂ ਨਾਨਕ ਦੇਵ ਜੀ ਦੇ ਖੜੇ ਹੋਣ। ਇਹ ਵੀ ਜ਼ਰੂਰ ਤੁਹਾਡੀ PhD ਦਾ ਹਿੱਸਾ ਬਣਿਆ ਹੋਣਾ ਹੈ। ਪਾਕਿਸਤਾਨ ਦੇ ਵਿੱਚ ਸਿੱਖ ਔਰਤਾਂ ਤੇ ਪਾਕਿਸਤਾਨੀ ਔਰਤਾਂ ਜਿਹੜੀਆਂ ਨੇ,
ਉਹਨਾਂ ਦੀ ਸਥਿਤੀ ਕਿਸ ਤਰੀਕੇ ਦੀ ਹੈ। ਕੀ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਉਸ ਵੇਲੇ ਗੱਲ ਕੀਤੀ ਸੀ, ਔਰਤਾਂ ਦੇ ਹੱਕ ਵਿੱਚ ਖੜੇ ਹੋਏ ਸੀ, ਕੀ ਅੱਜ ਵੀ ਔਰਤਾਂ ਗੁਰੂ ਨਾਨਕ ਦੇਵ ਜੀ ਦੇ ਉਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਿਫੂਜ਼ ਸਮਝ ਰਹੀਆਂ ਨੇ ਆਪਣੇ ਆਪ, ਜਾਂ ਉਹਨਾਂ ਦਾ ਸਮਾਜ ਦੇ ਵਿੱਚ ਉਹ ਸਥਾਨ ਹੈ ਜੋ ਗੁਰੂ ਸਾਹਿਬ ਦੇਣਾ ਚਾਹੁੰਦੇ ਸੀ? ਹਾਂਜੀ, ਤੁਸੀਂ ਬੜੀ ਪਿਆਰੀ ਗੱਲ ਕੀਤੀ ਹੈ। ਜਿਹੜੀ ਔਰਤਾਂ ਦੇ ਹਵਾਲੇ ਨਾਲ ਗੁਰੂ ਨਾਨਕ ਜੀ ਦੀ ਸੋਚ ਹੈ, ਉਹ ਬੜੀ ਪ੍ਰੋਗਰੈਸਿਵ ਹੈ। ਔਰ ਉਹਨਾਂ ਨੇ ਔਰਤ ਦਾ ਜਿਹੜਾ ਮਕਾਮ ਦਿੱਤਾ ਹੈ, ਉਹ ਵਾਕਈ ਮੈਂ ਸਮਝਦੀ ਹਾਂ ਕਿ ਉਸ ਜ਼ਮਾਨੇ ਦੇ ਅੰਦਰ ਉਹ ਇੱਕ ਬਹੁਤ ਵੱਡੀ ਗੱਲ ਹੈ। ਔਰ ਜਿਹੜਾ ਅੱਜ ਦੇ ਦੌਰ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਜਿਹੜਾ ਉਹਦਾ ਪ੍ਰੈਕਟੀਕਲ ਹੈ, ਉਹ ਉਸ ਤਰੀਕੇ ਨਾਲ ਨਹੀਂ ਹੈ ਜਿਹੜਾ ਉਹਨਾਂ ਨੇ ਉਸ ਟਾਈਮ ਵਿਚਾਰ ਦਿੱਤਾ ਕਿ ਔਰਤ ਦਾ ਕੀ ਮਕਾਮ ਹੈ, ਕੀ ਮਰਤਬਾ ਹੈ। ਹਾਂਜੀ, ਸਾਰੀ ਤੁਹਾਨੂੰ ਪਤਾ ਹੈ, ਸਾਡੇ ਇੱਥੇ ਸਬ ਕੰਟੀਨੈਂਟ ਦੇ ਅੰਦਰ ਇੱਕ ਇਸ਼ੂ ਹੈ ਕਿ ਔਰਤ ਦੀ ਸ਼ਾਇਦ ਅੱਜ ਤੱਕ ਵੀ ਉਹ ਰਿਕਗਨੀਸ਼ਨ ਨਹੀਂ ਹੋ ਸਕੀ, ਉਹਦਾ ਉਹ ਮਕਾਮ ਉਹ ਨਹੀਂ ਪਾ ਸਕੀ ਜਿਹੜਾ ਕਿ ਉਹਦਾ ਬਣਦਾ ਹੈ ਜਾਂ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ, ਲੇਕਿਨ ਹੋ ਰਹੀਆਂ ਨੇ। ਲੇਕਿਨ ਮੈਂ ਸਮਝਦੀ ਹਾਂ ਕਿ ਥੋੜਾ ਸਾਰਾ ਮੈਨੂੰ ਤੇ ਹੈ, ਸ਼ਾਇਦ ਮੈਂ ਬਹੁਤ ਜ਼ਿਆਦਾ ਚੀਜ਼ਾਂ ਨੂੰ ਪੋਜ਼ਿਟਿਵ ਲੈਂਦੀ ਹਾਂ। ਮੈਨੂੰ ਤੇ ਲੱਗਦਾ ਹੈ ਕਿ ਹਾਲਾਤ ਪਹਿਲੇ ਨਾਲੋਂ ਕੁਛ ਬਿਹਤਰ ਨੇ, ਕਿੰਨਾ ਬਿਹਤਰ ਨੇ। ਜਿਸ ਤਰ੍ਹਾਂ ਮੈਂ ਆਪਣੀ ਮਿਸਾਲ ਦਿੰਦੀ ਹਾਂ ਕਿ ਮੇਰੇ ਖਾਨਦਾਨ ਦੇ ਅੰਦਰ ਕੁੜੀਆਂ ਨੂੰ ਪੜ੍ਹਾਉਣ ਦਾ ਬਿਲਕੁਲ ਵੀ ਰਿਵਾਜ ਨਹੀਂ ਸੀ, ਔਰ ਮੈਨੂੰ ਬਹੁਤ ਸ਼ੌਕ ਸੀ ਪੜ੍ਹਨ ਦਾ। ਔਰ ਮੈਂ ਆਪਣੇ ਮੇਰੇ ਫਾਦਰ ਜਿਹੜੇ ਨੇ ਉਹ ਇੱਕ ਬਹੁਤ ਕੰਜ਼ਰਵੇਟਿਵ ਜ਼ਿਮੀਂਦਾਰਾਂ ਸੀ ਤੇ ਇੱਕ ਉਹ ਫੈਮਿਲੀ ਸੀ ਉਹਨਾਂ। ਲੇਕਿਨ ਮੈਂ ਜਦੋਂ ਇਹ ਗੱਲ ਕੀਤੀ ਆਪਣੇ ਵਾਲਿਦ ਨਾਲ, ਆਪਣੇ ਅੱਬਾ ਜੀ ਨਾਲ, ਕਿ ਮੈਂ ਪੜ੍ਹਨਾ ਚਾਹੁੰਦੀ ਹਾਂ, ਤੇ ਉਸ ਦੌਰਾਨ ਯਕੀਨ ਕਰੋ ਕਿ ਇੰਨਾ ਕਿਉਂ ਤਨਕੀਦ ਹੋਈ, ਇੰਨਾ ਕਿਉਂ ਕ੍ਰਿਟਿਸਿਜ਼ਮ ਹੋਇਆ ਆਸੇ ਪਾਸੇ, ਲੇਕਿਨ ਮੇਰੇ ਫਾਦਰ ਨੇ ਮੇਰੇ ਲਈ ਸਟੈਂਡ ਲਿਆ। ਔਰ ਉਸ ਤੋਂ ਬਾਅਦ ਮੈਂ ਫੁਲੀ ਫੰਡਡ ਸਕਾਲਰਸ਼ਿਪ अर्न ਕੀਤਾ ਕਿੰਗਸ ਕਾਲਜ ਯੂਨੀਵਰਸਿਟੀ ਆਫ ਲੰਡਨ ਤੋਂ। ਲੇਕਿਨ ਅਨਫੋਰਚੁਨੇਟਲੀ ਮੇਰੇ ਫਾਦਰ ਪੈਰਾਲਿਸਿਸ ਹੋ ਗਿਆ ਔਰ ਉਹਨਾਂ ਦੀ ਫਿਰ ਡੈਥ ਵੀ ਹੋ ਗਈ, ਤੇ ਮੈਂ ਉਹ ਅਵੇਲ ਨਹੀਂ ਕਰ ਪਾਈ। ਮੇਰੀ ਆਪਣੇ ਫਾਦਰ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਸੀ। ਔਰ ਲੇਕਿਨ ਮੈਂ ਸਮਝਦੀ ਹਾਂ ਕਿ ਮੇਰੇ ਤੋਂ ਬਾਅਦ ਫਿਰ ਇੱਕ ਚੇਂਜ ਆਈ ਹੈ, ਔਰ ਸਾਡੇ ਖਾਨਦਾਨ ਦੀਆਂ ਬੱਚੀਆਂ ਜਿਹੜੀਆਂ ਨੇ ਮਾਸ਼ਾਅੱਲਾ ਹੁਣ ਵੱਡੀ ਯੂਨੀਵਰਸਿਟੀਆਂ ਤੋਂ ਕਾਲਜਿਸ ਵਿੱਚ ਹਾਇਰ ਐਜੂਕੇਸ਼ਨ ਲੈ ਰਹੀਆਂ ਨੇ। ਇਸੇ ਤਰੀਕੇ ਨਾਲ ਮੈਂ ਸੁਸਾਇਟੀ ਦੀ ਅਗਰ ਗੱਲ ਕਰਾਂ ਤਾਂ ਇੱਥੇ ਤਬਦੀਲੀ ਹੈ ਪਹਿਲੇ ਨਾਲੋਂ ਨਾ, ਲੇਕਿਨ ਹਾਲੇ ਵੀ ਮੈਂ ਸਮਝਦੀ ਹਾਂ ਕਿ ਬਹੁਤ ਸਾਰੀ ਇਨਸਿਕਿਉਰਿਟੀਜ਼ ਵੀ ਨੇ, ਬਹੁਤ ਸਾਰੇ ਇਸ਼ੂਜ਼ ਵੀ ਨੇ ਜਿਹੜੇ ਜਿਵੇਂ ਹਾਲੀਆ ਦੌਰ ਵਿੱਚ ਤੁਸੀਂ ਦੇਖਿਆ ਕਿ ਬੜੇ ਘਿਨੌਣੇ ਵੀ ਕੁਝ ਵਾਕਿਆਤ ਹੋਏ ਨੇ। ਉਸ ਹਵਾਲੇ ਨਾਲ ਹਾਲੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਠੀਕ ਕਰਨ ਦੀ ਜ਼ਰੂਰਤ ਹੈ। ਔਰ ਉਹੀ ਗੱਲ ਹੈ ਕਿ ਅਗਰ ਅਸੀਂ ਇਹੋ ਜਿਹੇ ਵੱਡੇ ਲੋਕਾਂ ਦੀ ਸੋਚ ਨੂੰ ਜਾਣਾਂਗੇ ਔਰ ਅਸੀਂ ਆਪਣੀ ਜ਼ਿੰਦਗੀ ਦੇ ਵੱਡੇ ਟਾਰਗੇਟ ਰੱਖਾਂਗੇ, ਤੇ ਅਸੀਂ ਇਹ ਛੋਟੀਆਂ ਛੋਟੀਆਂ ਚੀਜ਼ਾਂ 'ਚ ਆਪਣੇ ਆਪ ਨੂੰ ਇਨਵੋਲਵ ਕਰਨ ਦੀ ਬਜਾਏ ਅਸੀਂ ਜ਼ਿੰਦਗੀ ਦੇ ਵੱਡੇ ਵੱਡੇ ਆਬਜੈਕਟਿਵ ਤੇ ਵੱਲ ਵੇਖਾਂਗੇ, ਤੇ ਫਿਰ ਮੇਰਾ ਖਿਆਲ ਹੈ ਕਿ ਮੁਆਸ਼ਰੇ 'ਚ ਜਿਹੜੀਆਂ ਛੋਟੀਆਂ ਛੋਟੀਆਂ ਖਰਾਬੀਆਂ ਨੇ ਆਟੋਮੈਟਿਕਲੀ ਦੂਰ ਹੋ ਜਾਣਗੀਆਂ। ਮੈਨੂੰ ਉਮੀਦ ਹੈ, ਮੈਂ ਉਮੀਦ ਕਰਨੀ ਆ ਕਿ ਸਮੇਂ ਨਾਲ ਨਾਲ ਹੋਰ ਤਬਦੀਲੀ ਆਏਗੀ, ਔਰ ਜਿੱਥੇ ਔਰਤ ਹਾਲੇ ਚੈਲੰਜਿਸ ਵਿੱਚ ਉਹ ਵਕਤ ਆਏਗਾ ਕਿ ਔਰਤ ਨੂੰ ਮਜ਼ੀਦ ਰਾਈਟਸ ਮਿਲਣਗੇ ਔਰ ਔਰਤ ਮਜ਼ੀਦ ਮਜ਼ਬੂਤ ਹੋਏਗੀ, ਕਿਉਂਕਿ ਮਜ਼ਬੂਤ ਔਰਤਾਂ ਹੀ ਮਜ਼ਬੂਤ ਮੁਆਸ਼ਰਾ ਬਣਾਉਂਦੀਆਂ ਨੇ। ਬਿਲਕੁਲ ਬਿਲਕੁਲ। ਹਮਾਰਾ ਆਪਾਂ ਇੱਕ ਗੱਲ ਹੋਰ ਅਸੀਂ ਕਰਦੇ ਹਾਂ ਕਿ ਅਸੀਂ ਵਾਕਿਆ 550 ਸਾਲ ਪਹਿਲਾਂ ਜਿਹੜੀ ਗੱਲ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ, ਜਿਹੜੇ ਸੰਦਰਭ ਦੇ ਵਿੱਚ ਗੱਲ ਹੋਈ ਸੀ, ਸੱਚੀ ਮੁੱਚੀ ਅਸੀਂ ਅਜੇ ਬਹੁਤ ਉਸ ਤੋਂ ਪਿੱਛੇ ਆ। ਪਰ ਫਿਰ ਵੀ ਸਾਨੂੰ ਖੁਸ਼ੀ ਹੈ ਕਿ ਔਰਤਾਂ ਉਸ ਮੁਕਾਮ ਦੇ ਉੱਪਰ ਪਹੁੰਚ ਰਹੀਆਂ ਨੇ, ਤੇ ਪਹੁੰਚਣ ਲਈ ਆਪਣੀਆਂ ਬਾਹਾਂ ਦਾ ਜ਼ੋਰ ਜ਼ਰੂਰੀ ਹੈ। ਅਗਲੀ ਗੱਲ ਮੈਂ ਕਰਦੀ ਹਾਂ, ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਦੇ ਵਿੱਚ ਇੱਕ ਤੁਕ ਹੋਰ ਮੇਰੇ ਦਿਮਾਗ ਦੇ ਵਿੱਚ ਆ ਰਹੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਉਹ ਗੱਲ ਕੀਤੀ ਜਿਹੜੀ ਕਿ ਅੱਜ ਪੂਰੇ ਸੰਸਾਰ ਦਾ ਬਹੁਤ ਮੱਗ ਦਾ ਵਿਸ਼ਾ ਬਣਿਆ ਹੋਇਆ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਉਹਨਾਂ ਨੇ ਉਸ ਵੇਲੇ এনवायरमेंट ਦੀ ਗੱਲ ਕੀਤੀ, ਵਾਤਾਵਰਣ ਦੀ ਗੱਲ ਕੀਤੀ। ਜਦੋਂ ਅਸੀਂ ਸੋਚਦੇ ਹਾਂ ਕਿ ਸ਼ਾਇਦ ਉਦੋਂ ਵਾਤਾਵਰਣ ਇੰਨਾ ਗੰਦਾ ਨਹੀਂ ਹੋਣਾ, ਇੰਨਾ ਪਲੀਤ ਨਹੀਂ ਹੋਣਾ ਜਿੰਨਾ ਕਿ ਅੱਜ ਹੈ। ਸੋ ਅੱਜ ਦੇ ਸੰਦਰਭ ਦੇ ਵਿੱਚ ਵੀ ਆਪਾਂ ਸਮੈਰਾ ਦੇ ਮੂੰਹ ਸੁਣਨਾ ਚਾਹਾਂਗੇ ਕਿ ਵਾਤਾਵਰਣ ਦੇ ਸੰਬੰਧੀ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਗੱਲ ਕਹੀ ਹੈ, ਕੀ ਤੁਹਾਡੀ ਪੀਐਚਡੀ ਦੇ ਵਿਸ਼ੇ ਦੇ ਵਿੱਚ ਕੁਝ ਉਹਦਾ ਵੀ ਜ਼ਿਕਰ ਹੋਇਆ, ਜਾਂ ਤੁਸੀਂ ਇਹਨੂੰ ਕਿਵੇਂ ਸੋਚਦੇ ਹੋ? ਹਾਂਜੀ ਸਮੈਰਾ ਜੀ। ਹਾਂਜੀ, ਇਹ ਜਿਸ ਤਰ੍ਹਾਂ ਤੁਹਾਨੂੰ ਕਿਹਾ ਨਾ ਕਿ ਕੁਝ ਚੀਜ਼ਾਂ ਮੈਨੂੰ ਬਹੁਤ ਅਪੀਲ ਕੀਤਾ, ਉਹਦੇ 'ਚ ਇਹ ਚੀਜ਼ਾਂ ਸਨ
ਕਿ ਉਹਨਾਂ ਨੇ ਜਿਹੜੇ ਟੌਪਿਕਸ ਅੱਜ ਦੇ ਮਾਡਰਨ ਦੌਰ ਵਿੱਚ ਪੜ੍ਹਾਏ ਜਾ ਰਹੇ ਨੇ, ਪੜ੍ਹੇ ਜਾ ਰਹੇ ਨੇ, ਜਿਨ੍ਹਾਂ ਤੇ ਗੱਲਬਾਤ ਹੋ ਰਹੀ ਹੈ, ਔਰ ਅਸੀਂ ਇਹਨੂੰ ਬੜੇ ਫਖਰ ਨਾਲ ਕਹਿੰਦੇ ਹਾਂ ਕਿ ਜੀ ਅੱਜ ਦੇ ਮਾਡਰਨ ਬੰਦੇ ਦੀ ਸੋਚ ਹੈ, ਔਰ ਇਹ ਮਤਲਬ ਅੱਜ ਦੇ ਦੌਰ ਦੀ ਪੈਦਾਵਾਰ ਹੈ। ਇਹਦੇ ਬਾਰੇ ਚ ਉਹਨਾਂ ਨੇ ਅੱਜ ਤੋਂ 550 ਸਾਲ ਪਹਿਲੇ ਗੱਲਾਂ ਕੀਤੀਆਂ ਨੇ। ਔਰ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਮਜ਼ੇਦਾਰ ਚੀਜ਼ ਹੈ ਕਿ ਇੱਕ ਬੰਦਾ ਜਿਹਨੇ ਫਾਰਮਲ ਐਜੂਕੇਸ਼ਨ ਕਦੇ ਨਹੀਂ ਲਈ, ਕਦੇ ਉਹਨੇ ਉਹ ਸਕੂਲੇ ਨਹੀਂ ਪੜ੍ਹਿਆ, ਕਿਤੇ ਕਾਲਜ ਯੂਨੀਵਰਸਿਟੀ ਕਿਸੇ ਉਹਦੇ ਚ ਨਹੀਂ ਗਿਆ, ਔਰ ਉਹਨਾਂ ਨੇ ਇਹਨਾਂ ਵੱਡੇ ਵੱਡੇ ਜਿਹੜੇ ਕਹਿ ਲੋ ਕਿ ਹਿਊਮਨ ਕ੍ਰਾਈਸਿਸ ਨੇ ਉਹਦੇ ਤੇ ਗੱਲ ਕੀਤੀ ਹੈ, ਔਰ ਉਹਦੇ ਚ এনवायरमेंट ਬਿਲਕੁਲ ਸ਼ਾਮਿਲ ਹੈ। ਔਰ ਬਾਕੀ ਮੈਂ ਵੀ ਇਹ ਸੋਚਦੀ ਹਾਂ ਤੁਹਾਡੀ ਤਰ੍ਹਾਂ ਕਿ ਉਸ ਵਕਤ ਤੇ ਇਹ ਜਿੰਨਾ ਹੁਣ ਅਸੀਂ ਗੰਦ ਦੇਖਦੇ ਹਾਂ ਇਹ ਵੀ ਨਹੀਂ ਸੀ, ਲੇਕਿਨ ਉਹਨਾਂ ਨੇ ਫਿਰ ਵੀ ਇਸ ਦੇ ਉੱਤੇ ਗੱਲ ਕੀਤੀ, ਤੇ ਇਹਦੇ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਉਹ ਕਿੰਨੇ ਪ੍ਰੋਗਰੈਸਿਵ ਮਾਈਂਡਡ ਸਨ। ਉਹਨਾਂ ਦੀ ਮਤਲਬ ਉਹ ਕਿੰਨਾ ਅੱਗੇ ਦੀ ਸੋਚਦੇ, ਫਾਰ ਸਾਈਟਿਡਨੈਸ ਉਹਨਾਂ ਦੀ ਕਿੰਨਾ ਉਹ ਅੱਗੇ ਦੀ ਸੋਚ ਰਹੇ ਸਨ ਕਿ ਅਗਰ ਲੋਕੀ ਹੁਣ ਤੋਂ ਇਹਨਾਂ ਚੀਜ਼ਾਂ ਦੇ ਬਾਰੇ ਚ ਸੋਚਣਾ ਨਹੀਂ ਸ਼ੁਰੂ ਕਰਨ ਦੇ, ਜਿਸ ਤਰ੍ਹਾਂ ਮੈਂ ਹੁਣ ਕਹਿੰਦੀ ਹਾਂ ਕਿ ਅਗਰ ਅਸੀਂ ਅੱਜ ਤੋਂ ਇਹ ਕੰਮ ਨਹੀਂ ਸ਼ੁਰੂ ਕਰਨੇ ਆ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਕੀ ਦੇ ਕੇ ਜਾਵਾਂਗੇ। ਤੇ ਗੁਰੂ ਨਾਨਕ ਜੀ ਉਸ ਸਮੇਂ ਤੇ ਸੋਚ ਰਹੇ ਸਨ ਕਿ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਬਾਰੇ ਗੱਲ ਕਰਨੀ ਹੈ, ਔਰ ਉਹਨਾਂ ਨੇ ਕੀਤੀ ਕਿਉਂਕਿ ਉਹ ਦੇਖ ਰਹੇ ਸਨ ਕਿ ਆਉਣ ਵਾਲੇ ਵਕਤਾਂ ਵਿੱਚ ਇਹ ਜਿੰਨੇ ਮੁੱਦੇ ਨੇ, ਇਹ ਜਿੰਨੇ ਮਸਲੇ ਨੇ, ਪ੍ਰੋਬਲਮਸ ਨੇ, ਇਹ ਬਹੁਤ ਜ਼ਿਆਦਾ ਵੱਧ ਜਾਣੇ ਨੇ। ਔਰ ਉਹਨਾਂ ਨੇ ਲੋਕਾਂ ਦੀ ਤਵੱਜੋ ਉਸ ਪਾਸੇ ਦਿਲਾਈ ਹੈ ਕਿ ਤੁਸੀਂ ਆਪਣੇ ਆਸ-ਪਾਸ ਨੂੰ, ਆਪਣੇ এনवायरमेंट ਨੂੰ ਅੱਛਾ ਰੱਖੋ, ਸਾਫ਼ ਰੱਖੋ। ਔਰ ਮੈਂ ਸਮਝਦੀ ਹਾਂ ਕਿ ਉਹਦੇ ਚ ਵੀ ਉਹ এনवायरमेंट ਦੇ ਕਿਸੇ ਇੱਕ ਪਰਟੀਕੁਲਰ ਐਸਪੈਕਟ ਤੋਂ ਹੀ ਉਹਨਾਂ ਦੀ ਸੋਚ ਵੱਡੀ ਸੀ। ਉਹ ਔਨ ਦਾ ਹੋਲ ਹਿਊਮਨ ਲਾਈਫ ਦੀ ਜਿਹੜੀ ਕਹਿ ਲੋ ਇਨਸਾਨੀ ਜ਼ਿੰਦਗੀ ਦੀ ਤਰੱਕੀ ਹੈ, ਉਹਦੀ ਡਿਵੈਲਪਮੈਂਟ ਹੈ, ਉਹਦੀ ਪ੍ਰੋਗਰੈਸ ਹੈ, ਉਹਦੇ ਬਾਰੇ ਸੋਚ ਰਹੇ ਸਨ, ਉਹਦੇ ਬਾਰੇ ਚ ਗੱਲ ਕਰ ਰਹੇ ਸਨ। ਜਿਵੇਂ ਜਿਵੇਂ ਅਸੀਂ ਉਹਨਾਂ ਦੇ ਵਿਚਾਰ ਪੜ੍ਹਦੇ ਹਾਂ ਨਾ, ਤੇ ਉਹ ਉਹਨਾਂ ਦੀ ਡਾਇਮੈਂਸ਼ਨਸ ਕਹਿ ਲੋ ਕਿ ਵੱਧਦੀਆਂ ਚਲੀਆਂ ਜਾਂਦੀਆਂ। ਔਰ ਜਿਹੜੀ ਉਹਨਾਂ ਨੇ ਲਾਈਫ ਦਾ ਇੱਕ ਇਤਨਾ ਵੱਡਾ ਹਿੱਸਾ ਸਪੈਂਡ ਕੀਤਾ, ਘਰੋਂ ਬਾਹਰ ਨਿਕਲ ਕੇ, ਮੈਂ ਸਮਝਦੀ ਹਾਂ ਕਿ ਦੂਜੇ ਵਿਦੇਸ਼ਾਂ 'ਚ ਜਾ ਕੇ ਉਹ ਲਰਨ ਕਰ ਰਹੇ ਸਨ ਕਿ ਸਾਡੇ ਮਤਲਬ ਦੇਸ਼ ਵਿੱਚ ਲੋਕਾਂ ਦਾ ਕੀ ਹਾਲ ਹੈ ਜਾਂ ਬਾਹਰ ਲੋਕਾਂ ਦਾ ਕੀ ਹਾਲ ਹੈ। ਔਰ ਜਦੋਂ ਵਾਪਸ ਆਏ ਨੇ, ਫਿਰ ਦੇਖੋ ਕਿ ਉਹਨਾਂ ਨੇ ਆਪਣੀ ਸਾਰੀ ਉਹ ਜਿਹੜੀ ਲਰਨਿੰਗ ਸੀ ਉਹਨੂੰ ਕਿਸ ਤਰੀਕੇ ਨਾਲ, ਖੂਬਸੂਰਤ ਤਰੀਕੇ ਨਾਲ ਯੂਟਿਲਾਈਜ਼ ਕੀਤਾ। ਇਹ ਇੱਕ ਬੜੀ ਮਾਡਰਨ ਅਪਰੋਚ ਹੈ। ਸਭ ਤੋਂ ਪਹਿਲਾਂ ਦੇਖੋ ਉਹਨਾਂ ਨੇ ਹੱਥੀ ਮੇਰਾ ਕਿਰਤ ਕਰੋ, ਨਾਮ ਵੰਡ ਛਕੋ ਤੇ ਨਾਮ ਜਪੋ। ਇਹਨੂੰ ਜਿਹੜੇ ਬੇਸਿਕ ਅਸੂਲ ਸਿੱਖੀ ਦੇ, ਸਿੱਖ ਧਰਮ ਦੇ ਨੇ ਕਿ ਕਿਰਤ ਕਰੋ, ਹੱਥੀ ਕੰਮ ਕਰਨਾ, ਜਿੱਤੋਂ ਲੋਕ ਤਰਾਉਂਦੇ ਨੇ, ਫਿਰ ਵੰਡ ਕੇ ਛਕਣਾ, ਹਨਾ, ਰਲ ਕੇ ਇੱਕ ਦੂਜੇ ਨਾਲ ਸ਼ੇਅਰ ਕਰੋ, ਤੇ ਫਿਰ ਨਾਮ ਜਪੋ ਜੀ। ਸਵੇਰਾ ਹੁਣ ਮੈਂ ਅਗਲੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿਹੜੀ ਹੈ ਉਸਦੇ ਨਾਲ ਹੀ 5 ਗੁਰੂ ਸਾਹਿਬਾਨ, ਗੁਰੂ ਅਰਜਨ ਦੇਵ ਜੀ ਤੱਕ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਪਾਦਿਤ ਹੈ, ਇਹ ਗੁਰਬਾਣੀ ਪੰਜਾਬੀ ਦੇ ਵਿੱਚ ਹੈ। ਸੁਮੇਰਾ ਪੰਜਾਬੀ, ਅਗਰ ਤੁਸੀਂ ਚਾਹੁੰਦੇ ਹੋ ਕਿ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ, ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਜਿਹੜੀ ਹੈ ਉਹ ਅਸੀਂ ਲੋਕਾਂ ਦੇ ਵਿੱਚ ਉਹਦਾ ਪ੍ਰਚਾਰ ਕਰੀਏ, ਉਹਨੂੰ ਲੋਕਾਂ ਦੇ ਵਿੱਚ ਜਗ੍ਹਾ ਦਿਵਾਈਏ, ਤਾਂ ਮੈਨੂੰ ਲੱਗਦਾ ਹੈ ਕਿ ਗੁਰਬਾਣੀ ਨੂੰ ਪੜ੍ਹਨਾ ਅਤੀ ਜ਼ਰੂਰੀ ਹੈ। ਤੇ ਉਹਦੇ ਸੰਬੰਧ ਦੇ ਵਿੱਚ ਪੰਜਾਬੀ ਭਾਸ਼ਾ, ਇਹਦੇ ਬਾਰੇ ਕਿੰਨਾ ਕੁ ਕੰਮ ਜਿਹੜਾ ਹੈ ਤੁਹਾਡੀ ਸੋਚ ਦੇ ਅਨੁਸਾਰ ਹੋ ਰਿਹਾ ਹੈ, ਤੇ ਕਿੰਨਾ ਕੁ ਕਰਨਾ ਚਾਹੀਦਾ ਹੈ ਕਿ ਤਾਂ ਜੋ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ, ਉਹਨਾਂ ਦੀ ਫਿਲਾਸਫੀ ਨੂੰ ਅਸੀਂ ਪੰਜਾਬ ਦੇ ਵਿੱਚ, ਇੱਧਰਲਾ ਪੰਜਾਬ ਤੇ ਉੱਧਰਲਾ ਪੰਜਾਬ, ਦੋਨਾਂ ਦੇ ਵਿੱਚ ਰਲ ਕੇ ਫੈਲਾ ਸਕੀਏ। ਸੋ ਪੰਜਾਬੀ ਬੋਲੀ ਦੇ ਉੱਪਰ ਕਿੰਨਾ ਕੁ ਕੰਮ ਹੋ ਰਿਹਾ ਹੈ, ਗੁਰਮੁਖੀ ਦੇ ਉੱਪਰ ਕਿੰਨਾ ਕੰਮ ਹੋ ਰਿਹਾ? ਅਗਰ ਮੈਂ ਇੱਧਰ ਦੀ ਗੱਲ ਕਰਾਂ ਤੇ ਜੀ ਨਾ ਹੋਣ ਦੇ ਬਰਾਬਰ ਹੈ। ਬਹੁਤ ਜ਼ਿਆਦਾ ਜ਼ਰੂਰਤ ਹੈ, ਬਹੁਤ ਜ਼ਿਆਦਾ ਜ਼ਰੂਰਤ ਹੈ। ਔਰ ਬੁਨਿਆਦੀ ਹੁਣ ਸਾਡੇ ਇੱਥੇ ਇੱਕ ਕਹਿ ਲਓ ਕਿ ਲੋਕ ਹੀ ਹੈ ਨੇ ਜਿਹੜੇ ਆਵਾਜ਼ ਉਠਾ ਰਹੇ ਨੇ ਕਿ ਪੰਜਾਬੀਆਂ ਨੂੰ ਸ਼ੁਰੂ ਤੋਂ ਹੀ ਪੰਜਾਬੀ ਜ਼ੁਬਾਨ ਪੜ੍ਹਾਈ ਜਾਣੀ ਚਾਹੀਦੀ ਹੈ, ਇਹ ਸਾਡੀ ਜ਼ੁਬਾਨ ਦਾ ਹੱਕ ਹੈ ਸਾਡੇ ਤੇ। ਔਰ ਇਹਦੇ ਤੇ ਬਹੁਤ ਸਾਰਾ ਕੰਮ ਹੋਣ ਦੀ ਜ਼ਰੂਰਤ ਹੈ। ਅਨਫੋਰਚੂਨੇਟਲੀ ਬਹੁਤ ਘੱਟ ਕੰਮ ਹੋ ਰਿਹਾ। ਔਰ ਦੇਖੋ, ਜਦੋਂ ਤੱਕ ਜਿਹੜੀ ਜ਼ੁਬਾਨ ਹੁੰਦੀ ਹੈ ਨਾ ਜੀ, ਇਹ ਵੀ ਸਾਡੀ ਤਾਰੀਖ ਦੀ ਲੈਗੇਸੀ ਹੁੰਦੀ, ਉਹਨੂੰ ਵੀ ਸੰਭਾਲਿਆ ਜਾਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਜਦੋਂ ਤੱਕ ਤੁਸੀਂ ਆਪਣੀ ਜ਼ੁਬਾਨ ਨਹੀਂ ਸੰਭਾਲੋਗੇ ਨਾ, ਤੇ ਤੁਸੀਂ ਆਪਣੀ ਤਾਰੀਖ ਨਹੀਂ ਸੰਭਾਲ ਸਕਦੇ। ਜਿੰਨੀ ਦੇਖ ਲਓ ਕਿ ਜਿੰਨੇ ਸਾਡੇ ਕੋਲ ਔਰਲ ਹਿਸਟਰੀ ਹੈ, ਉਹਨੂੰ ਹੁਣ ਅੱਜ ਦੇ ਦੇਖੋ ਮਾਡਰਨ ਦੌਰ ਜਿੰਨੀਆਂ ਯੂਨੀਵਰਸਿਟੀਜ਼ ਨੇ, ਹਾਇਰ ਯੂਨੀਵਰਸਿਟੀਜ਼ ਕਹਿ ਲਓ ਵੱਡੀਆਂ ਵੱਡੀਆਂ, ਉਹਨਾਂ ਤੇ ਔਰਲ ਹਿਸਟਰੀ ਤੇ ਕਿੰਨਾ ਕੰਮ ਹੋ ਰਿਹਾ, ਲੇਕਿਨ ਸਾਡੇ ਸਬ ਕੰਟੀਨੈਂਟ ਦੇ ਅੰਦਰ ਕੋਈ ਕੰਮ ਨਹੀਂ, ਮੈਨੂੰ ਕੋਈ ਨਜ਼ਰ ਨਹੀਂ ਹੋ ਰਿਹਾ ਕੰਮ ਹੁੰਦਾ ਪਿਆ। ਔਰ ਜਿਹੜੀ ਪੰਜਾਬੀ ਤੇ ਇੰਨੀ ਰਿਚ ਜ਼ਬਾਨ ਹੈ, ਔਰ ਇੰਨਾ ਰਿਚ ਕਲਚਰ ਹੈ, ਰਿਚ ਹੈਰੀਟੇਜ ਹੈ ਕਿ ਇਹਦੇ ਤੇ ਮੈਂ ਸਮਝਦੀ ਹਾਂ ਕਿ ਇੱਕ ਸਾਨੂੰ ਲੱਗ ਪੈਣਾ ਚਾਹੀਦਾ ਇਹਦੇ ਤੇ ਕੰਮ ਕਰਦੇ ਹਾਂ, ਕਿਉਂਕਿ
ਮੈਨੂੰ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਪੰਜਾਬੀ ਖਤਮ ਹੋ ਰਹੀ ਹੈ। ਤੇ ਯਕੀਨ ਸਮਰਾ ਕਰੋ ਕਿ ਤੁਹਾਡਾ ਜਦੋਂ ਇਹ ਗੱਲ ਜਿਹੜਾ ਕਰਦੇ ਹਾਂ ਸਮਰਾ ਤਕਲੀਫ ਹੋ ਰਹੀ ਹੈ। ਤੁਹਾਡੀ ਜਿਹੜੀ ਪੀਐਚਡੀ ਹੈ, ਤੁਹਾਨੂੰ ਜੀ ਲੱਗਦਾ ਹੈ ਕਿ ਤੁਹਾਡੀ ਇਹ ਪੀਐਚਡੀ ਇਸ ਕਹ ਲਓ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨੂੰ ਫੈਲਾਉਣ ਦੀਆਂ, ਗੁਰਦੁਆਰਿਆਂ ਦੀ ਸਾਂਭ ਸੰਭਾਲ ਦੀਆਂ, ਕਿਉਂਕਿ ਗੁਰਦੁਆਰੇ ਗੁਰੂ ਨਾਨਕ ਦੇਵ ਜੀ ਦੀ ਲੈਗੇਸੀ ਹੈ, ਇਸੇ ਤਰ੍ਹਾਂ ਹੀ ਕਹਿ ਲਓ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀਆਂ, ਤੁਹਾਡੀ ਜਿਹੜੀ ਪੀਐਚਡੀ ਹੈ ਇਹ ਕਿੰਨਾ ਕੁ ਕੰਟਰੀਬਿਊਟ ਕਰ ਸਕਦੀ ਹੈ ਇਸ ਪਾਸੇ ਵੱਲ ਨੂੰ? ਕੀ ਇਹ ਸਿਰਫ ਤੇ ਸਿਰਫ ਇੱਕ ਕਿਤਾਬ ਦੇ ਪੰਨੇ ਬਣ ਕੇ ਰਹਿ ਜਾਏਗੀ, ਕਿ ਜਾਂ ਇਹ ਸਮਾਜਿਕ ਤੌਰ ਦੇ ਉੱਪਰ ਸਮਾਜਿਕ ਸੰਦਰਭ ਦੇ ਵਿੱਚ ਕੁਛ ਇਹਦਾ ਕੰਟਰੀਬਿਊਸ਼ਨ, ਕੋਈ ਯੋਗਦਾਨ ਹੋਏਗਾ? ਮੈਂ ਸਮਝਦੀ ਹਾਂ ਕਿ ਕੋਈ ਵੀ ਚੀਜ਼ ਯੂਜ਼ਲੈਸ ਨਹੀਂ ਹੁੰਦੀ। ਫਸਟ ਡ੍ਰੌਪ ਆਫ ਰੇਨ ਬਣਨਾ ਥੋੜਾ ਔਖਾ ਕੰਮ ਹੁੰਦਾ ਹੈ, ਬਾਰਿਸ਼ ਦਾ ਪਹਿਲਾ ਕਤਰਾ ਬਣਨਾ, ਲੇਕਿਨ ਜਦੋਂ ਇਨਸਾਨ ਟੁਰ ਪੈਂਦਾ ਹੈ ਨਾ ਜੀ, ਦੇਖੋ ਹੁਣ ਜਿਸ ਤਰ੍ਹਾਂ ਤੁਸੀਂ ਮੈਨੂੰ ਇਨਵਾਈਟ ਕੀਤਾ, ਮੈਨੂੰ ਰਿਸਪੈਕਟ ਦਿੱਤੀ, ਆਨਰ ਦਿੱਤਾ, ਬਹੁਤ ਸਾਰੇ ਐਸੇ ਚੈਨਲ ਤੇ ਜਿਨ੍ਹਾਂ ਨੇ ਮੈਨੂੰ ਬੁਲਾਇਆ ਹੈ, ਜਿਨ੍ਹਾਂ ਨੇ ਮੇਰੇ ਨਾਲ ਗੱਲਬਾਤ ਕੀਤੀ, ਔਰ ਮੈਂ ਵੀ ਆਪਣੀ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਆਪਣਾ ਮੁੱਦਾ, ਆਪਣੀ ਜਿਹੜੀ ਸੋਚ ਹੈ ਉਹਨੂੰ ਅੱਛੇ ਤਰੀਕੇ ਨਾਲ ਬਿਆਨ ਕਰ ਸਕਾਂ, ਤਾਂ ਕਿ ਕੋਈ ਸੁਣਨ ਵਾਲੇ ਕੁਛ ਨਾ ਕੁਛ ਲੋਕ ਐਸੇ ਜ਼ਰੂਰ ਹੁੰਦੇ ਨੇ ਜਿਹੜੇ ਇੰਸਪਾਇਰ ਹੁੰਦੇ ਨੇ। ਦੇਖੋ ਮੈਂ ਵੀ ਪਹਿਲੇ ਨਹੀਂ ਸੀ ਪੜ੍ਹਿਆ, ਲੇਕਿਨ ਜਦੋਂ ਮੈਂ ਉਹਨਾਂ ਨੂੰ ਪੜ੍ਹਿਆ ਤੇ ਮੈਨੂੰ ਲੱਗਿਆ ਕਿ ਨਹੀਂ, ਇਹਨੂੰ ਤੇ ਪੜ੍ਹਿਆ ਜਾਣਾ ਇਹਨਾਂ ਨੂੰ ਬਹੁਤ ਜ਼ਰੂਰੀ ਹੈ। ਇਸੇ ਤਰੀਕੇ ਨਾਲ ਹੁਣ ਜਦੋਂ ਮੈਂ ਕੰਮ ਕੀਤਾ ਹੈ ਤੇ ਮੈਂ ਔਰ ਮੇਰੀ ਕੋਸ਼ਿਸ਼ ਹੈ ਕਿ ਮੈਂ ਇਹਨੂੰ ਕਿਤਾਬ ਦੀ ਸ਼ਕਲ 'ਚ ਲੈ ਕੇ ਆਵਾਂ, ਕਿਉਂਕਿ ਤੁਹਾਨੂੰ ਪਤਾ ਹੈ ਆਮ ਰੀਡਰ ਥੀਸਿਸ ਤੱਕ ਐਕਸੈਸ ਨਹੀਂ ਕਰ ਪਾਉਂਦਾ, ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੀ ਜਿਹੜੀ ਰਿਸਰਚ ਹੈ ਉਹਨੂੰ ਕਿਤਾਬ ਦੀ ਸ਼ਕਲ ਵਿੱਚ ਲੈ ਕੇ ਆਵਾਂ, ਤਾਂ ਕਿ ਆਮ ਰੀਡਰ ਵੀ ਇਹਨੂੰ ਪੜ੍ਹ ਸਕੇ। ਔਰ ਇਹਦੇ ਨਾਲ ਇਹ ਮੇਰੀ ਕੋਸ਼ਿਸ਼ ਹੈ ਕਿ ਅਸੀਂ ਕੁਝ ਲੋਕਾਂ ਦੀ ਮਿਲ ਕੇ ਇੱਕ ਐਸੀ ਜਮਾਤ, ਇੱਕ ਐਸੀ ਬਣਾਈਏ ਆਰਗੇਨਾਈਜੇਸ਼ਨ ਕਹਿ ਲਓ, ਜਾਂ ਕੁਝ ਇੱਕ ਸੋਚ ਰੱਖਣ ਵਾਲੇ ਲੋਕ ਇਕੱਠੇ ਹੋ ਕੇ ਅਸੀਂ ਇਹਦੇ ਤੇ ਕੰਮ ਕਰੀਏ ਐਕੈਡਮੀਆ ਦੇ ਅੰਦਰ, ਔਰ ਮਜ਼ੀਦ ਇਹਦੇ ਤੇ ਕੰਮ ਹੋਏਗਾ। ਔਰ ਮੇਰੇ ਬਹੁਤ ਸਾਰੇ ਆਪਣੇ ਸਟੂਡੈਂਟਸ ਵੀ ਨੇ ਜਿਨ੍ਹਾਂ ਨੂੰ ਜਿਹੜੇ ਇੰਟਰਸਟ ਲੈ ਰਹੇ ਨੇ, ਔਰ ਕਈ ਮੇਰੇ ਜੂਨੀਅਰ ਸਟੂਡੈਂਟਸ ਨੇ ਜਿਨ੍ਹਾਂ ਨੇ ਮੈਨੂੰ ਅਪਰੋਚ ਕੀਤਾ ਹੈ ਕਿ ਤੁਸੀਂ ਕੰਮ ਕੀਤਾ ਹੈ ਔਰ ਅਸੀਂ ਵੀ ਕੰਮ ਕਰਨਾ ਚਾਹੁੰਦੇ ਹਾਂ, ਔਰ ਮੈਂ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਉਹਨਾਂ ਨੂੰ ਗਾਈਡ ਕਰਾਂ। ਜ਼ਾਹਿਰ ਹੈ ਤੁਹਾਨੂੰ ਪਤਾ ਚੈਲੰਜਸ ਤੇ ਹਨ ਸਾਡੇ ਕੋਲ, ਸਪੈਸ਼ਲੀ ਪਾਕਿਸਤਾਨ ਦੇ ਅੰਦਰ ਮੁਸ਼ਕਿਲ ਤੇ ਹੁੰਦੀਆਂ ਨੇ ਚੀਜ਼ਾਂ, ਲੇਕਿਨ ਜਦੋਂ ਬੰਦਾ ਲੱਗ ਪੈਂਦਾ ਉਦੋਂ ਹੋ ਹੀ ਜਾਂਦੀਆਂ ਨੇ। ਤੇ ਮੈਨੂੰ ਬਹੁਤ ਇਸ ਚੀਜ਼ ਦਾ ਮਾਣ ਹੈ ਕਿ ਗੁਰੂ ਨਾਨਕ ਜੀ ਨੇ ਮੈਨੂੰ ਇਹ ਖਿਦਮਤ ਦਾ ਮੌਕਾ ਦਿੱਤਾ ਹੈ, ਔਰ ਮੈਂ ਉਮੀਦ ਕਰਦੀ ਹਾਂ ਕਿ ਉਹਨਾਂ ਦੀ ਅਗਰ ਨਜ਼ਰ ਰਵੇ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਮੈਂ ਪੋਸਟ ਡਾਕਟਰੇਟ ਤੱਕ ਪਰਸੂ ਕਰਨਾ ਚਾਹੁੰਦੀ ਹਾਂ, ਔਰ ਮੈਨੂੰ ਬਹੁਤ ਉਮੀਦ ਹੈ ਕਿ ਕਈ ਲੋਕ ਹੋਰ ਵੀ ਉੱਠਣਗੇ ਜਿਹੜੇ ਇਹਦੇ ਤੇ ਕੰਮ ਕਰਨਗੇ, ਔਰ ਜਿੰਨਾ ਮਾਸ਼ਾਅੱਲਾ ਮੈਨੂੰ ਅਪਰੀਸ਼ੀਏਟ ਕੀਤਾ ਜਾ ਰਿਹਾ, ਜਿੰਨਾ ਮੈਨੂੰ ਆਨਰ ਕੀਤਾ ਜਾ ਰਿਹਾ ਹੈ, ਜ਼ਾਹਿਰ ਹੈ ਲੋਕੀ ਜਦੋਂ ਦੇਖਦੇ ਨੇ ਫਿਰ ਲੋਕਾਂ ਦੇ ਅੰਦਰ ਇੱਕ ਪੈਦਾ ਹੁੰਦੀ ਹੈ ਚੀਜ਼ ਕਿ ਸਾਨੂੰ ਵੀ ਇਹ ਕਰਨਾ ਚਾਹੀਦਾ ਹੈ। ਔਰ ਮੈਂ ਖੁਦ ਬਹੁਤ ਥੈਂਕਫੁਲ ਹਾਂ ਆਨੈਸਟਲੀ, ਮੈਨੂੰ ਆਪਣੇ ਮੁਲਕ ਦੇ ਅੰਦਰ ਵੀ ਔਰ ਮੁਲਕ ਤੋਂ ਬਾਹਰ ਵੀ ਜਿਹੜੀ ਸਿੱਖ ਕਮਿਊਨਿਟੀ ਦੇ ਵੱਲੋਂ ਵੀ ਮੈਨੂੰ ਬਹੁਤ ਜ਼ਿਆਦਾ ਰਿਸਪੈਕਟ ਮਿਲ ਰਹੀ ਹੈ, ਬਹੁਤ ਜ਼ਿਆਦਾ ਐਪਰੀਸੀਏਸ਼ਨ ਹੋ ਰਹੀ ਹੈ, ਔਰ ਮੇਰੇ ਲਈ ਬਹੁਤ ਮਾਨੀ ਰੱਖਦੀ ਹੈ। ਔਰ ਜ਼ਾਹਿਰ ਹੈ ਮੇਰੇ ਅੰਦਰ ਹੋਰ ਮੋਟੀਵੇਸ਼ਨ ਪੈਦਾ ਹੋ ਰਹੀ ਹੈ ਕਿ ਇਸ ਮੁੱਦੇ ਨੂੰ ਲੈ ਕੇ ਮੈਂ ਹੋਰ ਕੰਮ ਕਰਾਂ, ਤੇ ਹੋਏਗਾ ਕੰਮ, ਮੈਨੂੰ ਇਨਸ਼ਾਅੱਲਾ ਜ਼ਰੂਰ ਹੋਏਗਾ ਜੀ, ਹੋਰ ਕੰਮ ਹੋਏਗਾ। ਮੈਂ ਵੀ ਉਮੀਦ ਕਰਦੀ ਹਾਂ ਕਿ ਜਦੋਂ ਗੱਲ ਤੁਰਦੀ ਹੈ, ਸ਼ੁਰੂ ਹੋਣ ਦੀ ਗੱਲ ਦੇਰ ਹੁੰਦੀ ਹੈ, ਫਿਰ ਅਗਾਂਹ ਗੱਲ ਜਿਹੜੀ ਉਹ ਤੁਰਦੀ ਜਾਂਦੀ ਹੈ, ਕਿਉਂਕਿ ਇੱਕ ਚੇਨ ਬਣ ਜਾਂਦੀ ਹੈ। ਸੋ ਬਹੁਤ ਹੀ ਵਧੀਆ ਗੱਲ ਹੈ ਕਿ ਤੁਸੀਂ ਇਸ ਵਿਸ਼ੇ ਨੂੰ ਲੈ ਕੇ ਤੁਰੇ, ਤੇ ਉਹਨਾਂ ਦੀਆਂ ਮੈਨੂੰ ਇਹ ਕਹਿੰਦਿਆਂ ਵੀ ਕੋਈ ਕਹਿ ਲਓ ਕਿ ਗੁਰੇਜ਼ ਨਹੀਂ ਹੈ, ਕਿ ਸੱਚੀ ਮੁੱਚੀ ਇਹ ਜਿਹੜੀਆਂ ਸਿੱਖਿਆਵਾਂ ਨੇ ਇਹ ਅਸੀਂ ਗ੍ਰੰਥ ਸਾਹਿਬ ਦੇ ਵਿੱਚ ਬੰਦ ਕਰਕੇ ਰੱਖੀਆਂ ਹੋਈਆਂ ਨੇ। ਅਸੀਂ ਇਹਨਾਂ ਦੀ ਸਿਰਫ ਗੱਲ ਕਰਦੇ ਹਾਂ, ਪਰੰਤੂ ਉਹਨਾਂ ਦੇ ਉੱਪਰ ਚੱਲਣ ਲਈ ਤਗੜਾ ਜਿਗਰਾ ਚਾਹੀਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਮੈਂ ਸਿੱਖ ਹਾਂ ਤੇ ਸਿੱਖ ਹੋਣ ਦੇ ਨਾਲ ਮੈਂ ਗੁਰੂ ਨਾਨਕ ਦੇਵ ਜੀ ਨੂੰ ਸ਼ਾਇਦ ਚੰਗੀ ਤਰ੍ਹਾਂ ਸਮਝਦੀ ਹਾਂ। ਇਹਨੂੰ ਸਮਝਣ ਲਈ ਮਨੁੱਖ ਬਣਨ ਦੀ ਲੋੜ ਹੈ, ਕਿਉਂਕਿ ਜਦੋਂ ਉਹ ਸਭੇ ਸਾਂਝੀ ਆਵਾਜ਼ ਸਦਾਇਨ ਦਾ ਸੁਨੇਹਾ ਦਿੰਦੇ ਆ ਨਾ, ਤੇ ਉਹ ਕਿਸੇ ਨੂੰ ਸਿੱਖ ਜਾਂ ਮੁਸਲਮਾਨ ਜਾਂ ਕੋਈ ਇਹੋ ਜਿਹਾ ਧਰਮ ਤੋਂ ਬਿਲਕੁਲ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਉਹ ਸੁਨੇਹਾ ਦਿੰਦੇ ਨੇ, ਕਿਉਂਕਿ ਉਹ ਕਹਿੰਦੇ ਨੇ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ। ਉਹ ਹਰ ਇੱਕ ਚੀਜ਼ ਤੋਂ ਉੱਪਰ ਕੁਦਰਤ ਨੂੰ ਸਮਝਦੇ ਨੇ, ਤੇ ਜਦੋਂ ਬੰਦੇ ਨੇ ਕੁਦਰਤ ਨੂੰ ਸਮਝ ਲੈਣਾ ਸਮੈਰਾ, ਤੇ ਉਦੋਂ ਸਮਝ ਲਓ ਹਰ ਇੱਕ ਨੂੰ ਸਮਝ ਲੈਣਾ। ਸੋ ਸਮੈਰਾ ਤੁਹਾਡਾ ਬਹੁਤ ਬਹੁਤ ਹੀ ਧੰਨਵਾਦ ਕਿ ਤੁਸੀਂ ਸਾਡੇ ਲਈ ਸਮਾਂ ਕੱਢਿਆ। ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੋਗੇ ਪੂਰੇ ਪੰਜਾਬ ਨੂੰ, ਸਮੁੱਚੀ ਮਨੁੱਖਤਾ? ਮੇਰਾ ਇਹੀ ਕਹਿਣਾ ਹੈ ਕਿ ਆਪਣੀ ਧਰਤੀ ਨਾਲ ਜੁੜੇ ਰਹੋ, ਆਪਣੀ ਇਤਿਹਾਸ ਨਾਲ, ਆਪਣੀ ਤਾਰੀਖ ਨਾਲ, ਆਪਣੀ ਹਿਸਟਰੀ ਨਾਲ ਜੁੜੇ ਰਹੋ, ਔਰ ਉਹਨੂੰ ਜਾਣਨ ਦੀ ਕੋਸ਼ਿਸ਼ ਕਰੋ। ਔਰ ਜਿਹੜੀ ਖਸੂਸੀ ਤੌਰ ਤੇ ਜਿਹੜਾ ਗੁਰੂ ਨਾਨਕ ਦਾ ਸਾਡੀ ਧਰਤੀ ਤੇ ਹੱਕ ਹੈ ਉਹ ਅਦਾ ਹੋਣਾ ਚਾਹੀਦਾ ਹੈ।
ਔਰ ਇਹ ਦੋਰੇ ਜਿਹੜੇ ਪੰਜਾਬ ਦੇ ਹਿੱਸੇ ਨੇ ਉਹਨਾਂ ਤੇ ਉਹਨਾਂ ਦਾ ਹੱਕ ਬਣਦਾ ਹੈ। ਔਰ ਮੁਹੱਬਤ ਹੋਣੀ ਚਾਹੀਦੀ ਹੈ, ਪੀਸ ਹੋਣਾ ਚਾਹੀਦਾ ਹੈ, ਇੱਕ ਦੂਜੇ ਦੀ ਰਿਸਪੈਕਟ ਹੋਣੀ ਚਾਹੀਦੀ ਹੈ। ਅੱਜ ਦੀ ਸਾਡੀ ਜਿੰਨੀ ਡਿਵਾਈਡਿੰਗ এনवायरमेंट ਹੈ ਉਹਦੇ ਚ ਮੁਹੱਬਤ, ਪਿਆਰ, ਇੰਟਰਫੇਥ ਡਾਇਲੌਗ ਔਰ ਇੰਟਰਫੇਥ ਹਾਰਮਨੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਸਾਨੂੰ ਸਭ ਨੂੰ ਇਹਦੇ ਤੇ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਥੈਂਕ ਯੂ ਵੈਰੀ ਮਚ ਸੁਮੇਰਾ, ਥੈਂਕ ਯੂ ਵੈਰੀ ਮਚ। ਸੋ ਇਹ ਸਨ ਸਾਡੇ ਨਾਲ ਸੁਮੇਰਾ ਸਫਦਰ ਜੀ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਹੱਕ ਪਰਾਇਆ ਨਾਨਕਾ ਉਸ ਸੂਲ ਉਸ ਗਾਏ। ਸੋ ਜਦੋਂ ਅਸੀਂ ਪਰਾਇਆ ਹੱਕ ਖਾਣਾ ਛੱਡ ਦਿੱਤਾ, ਸਮਝੋ ਕਿ ਉਸ ਵੇਲੇ ਅਸੀਂ ਮਨੁੱਖਤਾ ਦਾ ਸੁੱਖ ਪਾ ਲਿਆ, ਮਨੁੱਖਤਾ ਨੂੰ ਸੁੱਖ ਦੇ ਦਿੱਤਾ। ਸੋ ਇਹ ਸੀ ਸਾਡੀ ਸੁਮੇਰਾ ਸਫਦਰ ਉਹਨਾਂ ਦੇ ਨਾਲ ਗੱਲਬਾਤ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਅੱਗੇ ਤੋਂ ਵੀ ਅਸੀਂ ਇਸੇ ਤਰ੍ਹਾਂ ਹੋਰ ਸ਼ਖਸੀਅਤਾਂ ਦੇ ਨਾਲ ਗੱਲਬਾਤ ਪ੍ਰੋਗਰਾਮ ਕਰਦੇ ਰਵਾਂਗੇ। ਲੈਣੀ ਆ ਛੁੱਟੀ, ਵੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।